ਗੋਰੀ ਗੋਰੀ ਵੀਣੀ ਨੂੰ ਮੈਂ ਕਹਿੰਦਾ ਗੌਰਵ ਗਾਣਾ ਸ਼ੂਟ ਕਰਨਾ ਹੈਗਾ, ਗੋਰੀ ਗੋਰੀ ਵੀਣੀ ਗਾਣਾ ਹੈਗਾ, ਗਾਣਾ ਭੇਜਤਾ, ਪ੍ਰੈਕਟਿਸ ਕਰ ਲੈ, ਰਿਹਰਸ ਕਰ ਲੈ ਐਂਡ ਵੀਲ ਸ਼ੂਟ ਇਟ ਇਨ ਦਿੱਲੀ। ਮੈਂ ਕਿਹਾ ਓਕੇ ਫਾਈਨ, ਠੀਕ ਹੈ, ਡਨ ਹੈ ਜੀ। ਤੇ ਮੈਂ ਨਿਕਲਿਆ ਆਪਣਾ, ਤਿਆਰ ਹੋ ਕੇ ਦਿੱਲੀ ਪਹੁੰਚ ਗਏ ਆਪਾਂ। ਉੱਥੇ ਆਰ ਸਵਾਮੀ ਜੀ ਨੂੰ ਪ੍ਰੋਡਕਸ਼ਨ ਪਸੰਦ ਨਹੀਂ ਆਈ, ਕਹਿੰਦੇ ਸ਼ੂਟ ਕੈਂਸਲ, ਜੋ ਖਰਚਾ ਹੋਇਆ ਕਹਿੰਦਾ ਮੈਂ ਦਊਂਗਾ। ਉਹਨਾਂ ਨੇ ਕਿਹਾ, ਕਹਿੰਦਾ ਗੌਰਵ ਗਾਣਾ ਤੂੰ ਹੀ ਕਰੇਗਾ, ਡੋਂਟ ਵਰੀ। ਮੇਰਾ ਵੀ ਤਾਂ ਮੂਵੀ ਸ਼ੂਟ ਆ ਗਿਆ, ਮੈਂ ਗਾਣਾ ਕਿਸ ਚਲਾ ਗਿਆ, ਬਟ ਉਹ ਕਹਿੰਦੇ ਤੂੰ ਹੀ ਕਰੇਗਾ, ਡੋਂਟ ਵਰੀ। ਮਾਡਲਿੰਗ ਦਾ 2004 ਦੇ 2 ਟਾਈਟਲ ਜਿੱਤੇ। ਉਸ ਤੋਂ ਬਾਅਦ ਆਈ ਡਿਡ 2 ਸ਼ੋਜ਼ ਪੰਜਾਬ ਦੇ ਵਿੱਚ। ਮੇਲ ਮਾਡਲਸ ਨੂੰ ਪੈਸਾ ਦੇ ਕੇ ਰਾਜ਼ੀ ਨਹੀਂ ਸੀਗੇ। ਮੈਂ ਇੱਕ ਇਹੋ ਜਿਹੀ ਬੈਕਗਰਾਊਂਡ ਤੋਂ ਆ ਰਿਹਾ ਜਿੱਥੇ ਮੇਰੇ ਡੈਡ ਕਲੈਰੀਕਲ ਜੌਬ ਕਰ ਰਹੇ ਹੈ। ਉਹਨਾਂ ਦਾ ਕੋਈ ਖਾਸ ਕਲੈਰਿਟੀ ਨਹੀਂ ਹੈਗੀ ਮੇਰੇ ਫਿਊਚਰ ਨੂੰ ਲੈ ਕੇ, ਕਿਉਂਕਿ ਘਰ ਦੇ ਹਾਲਾਤ ਇਹੋ ਜਿਹੇ ਸੀਗੇ। ਡੈਡੀ ਦੀ ਸੈਲਰੀ ਦੇ ਨਾਲ ਮਸਾਂ ਹੀ ਰੋ ਪਿੱਟ ਕੇ ਜਾਂ ਕਦੀ ਨਹੀਂ ਵੀ ਚੱਲਦਾ ਸੀਗਾ। ਓਕੇ, ਆਈ ਹੈਵਨਟ ਸੈਡ ਦੈਟ ਐਨੀਵੇਅਰ ਓਪਨਲੀ ਕਿਤੇ ਵੀ। ਇੱਕ ਇਹੋ ਜਿਹਾ ਦੌਰ ਸੀਗਾ ਕਿ ਮੈਨੂੰ ਲੱਗਦਾ ਸੀ ਕਿ ਮੈਂ ਗਿਆ ਖਤਮ। There's certain people you can forgive and forget, but then I don't want to be with them. ਕੋਈ Honda ਕੰਪਨੀ ਨੇ ਕੋਈ 2-wheeler ਲਾਂਚ ਕੀਤਾ, ਮੈਂ ਉਹਨਾਂ ਦੇ ਰੋਡ ਸ਼ੋਅ ਕਰਨ ਚਲਾ ਗਿਆ। ਮੇਰਾ ਇਹੋ ਜਿਹਾ ਹਾਲ ਸੀਗਾ, ਮੈਂ 9 ਦਿਨ ਲਗਾਤਾਰ ਸੜਕਾਂ ਤੇ ਹੈਗਾ। ਉਹ ਟਰੱਕ ਹੁੰਦੇ ਸੀ ਓਪਨ ਵਾਲੇ, ਪਿੱਛੋਂ ਸਜਾਏ ਹੁੰਦੇ ਸੀ, ਫੈਬਰੀਕੇਟ ਕੀਤੇ ਹੁੰਦੇ ਸੀਗੇ। ਉਹਦੇ ਵਿੱਚ ਜਾ ਕੇ ਕਿਸੇ ਮਾਰਕੀਟ 'ਚ ਰੋਕ ਕੇ ਮਾਈਕ ਦੇ ਵਿੱਚ ਲੋਕਾਂ ਨਾਲ ਗੇਮਾਂ ਖੇਡਣੀਆਂ, ਗਿਫਟ ਵੰਡਣੇ। ਉਹ ਕੰਮ ਤੋਂ ਸ਼ੁਰੂਆਤ ਹੋਈ ਸੀਗੀ। ਮੈਂ ਘਰੇ ਆਉਣਾ, ਮੇਰੀ ਮਾਤਾ ਨੇ ਪਛਾਣਨਾ ਨਹੀਂ, ਬੇਟਾ ਗੌਰਵ ਤਾਂ ਹੈ ਨਹੀਂ ਘਰੇ, ਤੁਸੀਂ ਬਾਅਦ ਚ ਆਏ ਹੋ। ਨਾ ਮੰਮੀ ਨਹੀਂ ਆ। We don't have any work for anchor. Why don't you participate in a contest? ਮੈਂ ਕਹਾਂ ਪਾਰਟਿਸਪੇਟ, ਮੈਂ ਕਿੱਥੇ ਇੰਜੀਨੀਅਰਿੰਗ ਤੋਂ ਜਾਂਦਾ 에ਅਰਲਾਈਨ ਤੋਂ ਜਾਂਦਾ ਮੈਂ ਐਂਕਰ ਬਣ ਗਿਆ, ਇੰਨਾ ਬਹੁਤ ਹੈ। ਮੈਂ ਕਿਹਾ ਮੈਂ ਹੁਣ ਮਾਡਲਿੰਗ ਕਿੱਥੇ ਕਰਨੀ, ਕੰਟੈਸਟ ਹੋਵੇ, ਇਟਸ ਨਾਟ ਜਸਟ ਅ ਸ਼ੋ, ਯੂ ਬੇਸਿਕ ਗੋਇੰਗ ਫॉर ਅ ਮੈਨਡ ਕਾਈਂਡ ਆਫ ਥਿੰਗ। ਜਦੋਂ ਉਹਨੇ ਕਿਹਾ ਨਾ ਸੈਕਿੰਡ ਰਨਰ ਅਪ, ਸ਼ਾਇਦ You never know. Maybe. Oh, give it to me, baby. नहीं आया। फिर उन्होंने कहा फर्स्ट रनर अप। Maybe first runner up. Let's do it. नहीं आया। ਉਸ ਤੋਂ ਬਾਅਦ ਆਇਆ ਵਿਨਰ, ਟਾਈਟਲ ਵਿਨਰ। ਮੈਂ ਚੱਲ ਪਰਾਂ ਗੌਰਵ, ਹੈ ਇੱਥੇ ਥੋੜੀ ਹੈ, ਥੋੜੀ ਕਿੱਥੇ। And then they said it. They said your name. Title winner, Mr. Glamorous, North India, लश्कारा चैनल, गौरव शाह। मैं जिवें किया कि मेरा एंकरिंग was accidentally. Same way I entered modeling. Again, it was by chance. मैं कहा यार इत्थे तक चलो की होना, वही second runner up, first runner up, done deal, and the title winner, Hercules Man of the Year. मैंने लगे मेरा हार्ट फेल हो जाना। गौरव शाह, नहीं ये झूठ है, ना करो मेरे नाल। Don't do this to me. And I was the winner second time in the year 2004. That was my lucky year, I suppose. IPL first season. I was the official host from PTC Punjabi. Interviews ਕਰਦਾ ਸੀਗਾ ਰਾਤੀ ਸ਼ਾਮ ਨੂੰ, ਜਦੋਂ ਮੈਚ ਹੁੰਦਾ ਸੀਗਾ ਸਟੇਡੀਅਮ ਮੋਹਾਲੀ ਦੇ ਵਿੱਚ, ਉੱਥੇ ਮੈਂ ਪਹੁੰਚ ਜਾਂਦਾ ਸੀਗਾ ਸ਼ਾਮ ਨੂੰ to do the live commentary for that match. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਪ੍ਰੀਤੀ ਢੱਲੋਂ ਤੁਹਾਡੇ 2 ਪਲ ਲਈ ਹਾਜ਼ਰ ਹਾਂ ਆਪਣੇ 2 ਪਲ ਸ਼ੋਅ ਦੇ ਵਿੱਚ। 2 ਪਲ ਵਿਦ ਪ੍ਰੀਤੀ ਵੈਲਕਮ ਕਰਦੀ ਹਾਂ ਤੁਹਾਡਾ ਨਵੇਂ ਸਾਲ ਦੇ ਨਵੇਂ ਐਪੀਸੋਡ ਦੇ ਵਿੱਚ। ਜਿੱਦਾਂ ਤੁਸੀਂ ਪਹਿਲਾ ਐਪੀਸੋਡ ਦੇਖਿਆ, ਉਹ ਮੇਰੇ ਬਹੁਤ ਦਿਲ ਦੇ ਕਰੀਬ ਸੀਗਾ। ਇਹ ਵੀ ਮੇਰੇ ਬਹੁਤ ਦਿਲ ਦੇ ਕਰੀਬ ਹੈ, ਕਿਉਂਕਿ ਇਹ ਆਰਟਿਸਟ ਨੇ ਜਿਹੜੇ ਬਾਕਮਾਲ ਐਕਟਰ, ਬਾਕਮਾਲ ਐਂਕਰ, ਮਾਡਲਿੰਗ, ਕੀ ਕਹਾ ਸਾਰਾ ਕੁਝ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਆ। ਇੰਡੀਆ, ਪੰਜਾਬ, ਬੰਬੇ ਐਂਡ ਕੈਨੇਡਾ ਦੇ ਵਿੱਚ ਵੀ ਮੱਲਾ ਮਾਰਦੇ ਪਏ ਹੈਗੇ ਨੇ। ਪਰ ਕਹਿੰਦੇ ਹੁੰਦੇ ਨੇ ਕਿ ਨਾ ਕਈ ਚੀਜ਼ਾਂ ਜਿਹੜੀਆਂ ਕਿਸ ਮੁਕਾਮ ਤੱਕ ਪਹੁੰਚਦੀਆਂ ਨੇ, ਕਈ ਵਾਰੀ ਕਈ ਸਟੋਰੀਆਂ, ਕਹਾਣੀਆਂ ਪਿੱਛੇ ਛੁਪੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਦੀਆਂ ਕਈ ਸਟੋਰੀਆਂ ਨੇ ਜਿਹੜੀਆਂ ਅੱਜ ਤੱਕ ਸਾਹਮਣੇ ਨਹੀਂ ਆਈਆਂ। ਮੈਂ ਖਿੱਚ ਕੇ ਲਿਆਂਦਾ। ਇਹ ਮੇਰੇ ਬਹੁਤ ਦੋਸਤ ਵੀ ਨੇ, ਕਰੀਬੀ ਦੋਸਤ ਨੇ। ਸੋ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ। ਗੌਰਵ ਸ਼ਾਹ, ਬਿਲਕੁਲ ਗੌਰਵ ਸ਼ਾਹ ਸਭ ਦੇ ਦਿਲਾਂ ਦੀ ਜਾਨ ਆ, ਸਾਰੀਆਂ ਪਾਰਟੀਆਂ ਦੀ ਸ਼ਾਨ ਹੈ। ਬਹੁਤ ਬਹੁਤ ਸਵਾਗਤ ਕਰਦੇ ਹਾਂ ਗੌਰਵ ਜੀ। ਸਤਿ ਸ਼੍ਰੀ ਅਕਾਲ ਐਂਡ ਵੈਲਕਮ ਤੁਹਾਡਾ ਮੇਰੇ ਸ਼ੋਅ ਦੇ ਵਿੱਚ। ਮੈਂ ਅੱਖਾਂ ਖੋਲਣਾ? ਆਫ ਕੋਰਸ। Hi Pretty. How are you? मैं इस करके अपनी अक्खां लुकोईयां because you're looking so beautiful. Oh. Look at this outfit. मेरी अक्खां चकाचौंध हो गईयां ने, चमक रहीयां ने। Thank you. You always like this. ਹੁਣ ਤੂੰ ਪਰ ਆ ਤੇਰਾ ਕੰਮ ਹੋ ਗਿਆ। ਕੀ ਹਾਲ ਚਾਲ? I'm good. ਤੁਸੀਂ ਦੱਸੋ? ਐਨ ਕੈਂਟ, ਬਿਲਕੁਲ ਵਧੀਆ। ਵੈਲਕਮ ਤੁਹਾਡਾ ਸਾਡੇ 2 ਪਲ ਵਿਦ ਪ੍ਰੀਤੀ ਦੇ। ਓਏ ਹੋਏ 2 ਪਲ ਵਿਦ ਪ੍ਰੀਤੀ, very nice. I've been following this. It's been long, right? And I watched your first episode, ਜਿਹੜਾ ਪਿਛਲਾ ਐਪੀਸੋਡ ਸੀਗਾ,
कमल जी नीरू जी वाला ओए होए 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 you know what two amazing beauties in one frame ਇੱਕ ਤਾਂ ਇਹ ਚੀਜ਼ ਦੂਜਾ ਉਹਨਾਂ ਦੀ ਗੱਲਾਂ ਐਕਸਪੀਰੀਅੰਸ ਦੇਖੋ look at her like all experiences and everything you know ਕਿੰਨਾ ਕੁਝ ਉਹਨਾਂ ਨੂੰ ਸੁਣਨ ਨੂੰ ਸਿੱਖਣ ਨੂੰ ਮਿਲਿਆ ਸੀਗਾ you know that's amazing yaar that's amazing thank you ਹੋਰ ਸੁਣਾ ਇਹ ਕੁਝ ਨਵਾਂ ਆ ਜਾਂ ਅੱਗੇ ਦੀ ਤਰ੍ਹਾਂ ਬਟਰੀ ਚੱਲਣਾ ਨਹੀਂ ਦੇਖੋ ਇਹ ਤਾਂ ਚੱਲੀ ਜਾਂਦਾ ਇਹ ਕਿਸ ਤਰ੍ਹਾਂ ਇਹ ਦੇਖੋ ਮੇਰਾ ਕੰਮ ਹੈ ਬੋਲਣਾ ਲੋਕਾਂ ਨੂੰ ਪਤਾ ਮੈਂ ਬੋਲਣ ਦਾ ਕੰਮ ਕਰਦਾ ਬੋਲ ਕੇ ਤਾਂ ਮੈਂ ਇੱਥੇ ਤੱਕ ਪਹੁੰਚਿਆ ਜੇ ਮੈਂ ਬੋਲਦਾ ਨਹੀਂ ਤਾਂ ਤੁਸੀਂ ਮੈਨੂੰ ਬਿਠਾਣਾ ਸੀ ਤਾਂ ਦੱਸੋ ਮੈਨੂੰ ਨਹੀਂ ਬਿਲਕੁਲ ਤੁਸੀਂ ਬੋਲਦੇ ਆ ਤਾਂ ਪਾਰਟੀਆਂ ਦੀ ਸ਼ਾਨ ਵੱਜ ਜਾਂਦੀ ਹੈਗੀ ਹੈ ਸੋ ਗੌਰਵ ਸ਼ਾਹ ਹਾਂਜੀ ਵਧੀਆ ਸਕਰੀਨ ਤੇ ਰਹੇ ਨੇ ਪਰ ਬੜੇ ਗਾਣੇ ਦਿੱਤੇ ਨਾਰਥ ਮਿਸਟਰ ਇੰਡੀਆ ਵੀ ਰਹਿ ਚੁੱਕੇ ਇੱਕ ਤਰ੍ਹਾਂ ਦੇ ਹੈ ਨਾ ਸੋ ਸਟਿਲ ਹੈਂਡਸਮ ਤੇ ਯੰਗ ਆ ਉਮਰ ਤਾਂ ਮੈਂ ਨਹੀਂ ਪੁੱਛੂੰਗੀ ਬਟ ਕਿੰਨਾ ਟਾਈਮ ਤੋਂ ਜੇ ਲੋਕਾਂ ਨੂੰ ਜਿਵੇਂ ਕਹਾ ਉਸ ਹਿਸਾਬ ਨਾਲ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ ਠੀਕ ਹੈ ਨਾ ਸੋ ਜ਼ਿਆਦਾ ਨਹੀਂ ਕੁਐਸਚਨ ਕਿਉਂਕਿ ਇੱਕ ਐਂਕਰ ਦੇ ਮੂਹਰੇ ਬੈਠ ਕੇ ਮੈਂ ਬਹੁਤ ਨਰਵਸ ਹੋ ਰਹੀ ਹਾਂ ਕਿਉਂਕਿ ਇੱਕ ਪ੍ਰੋਫੈਸ਼ਨਲ ਬੰਦੇ ਦੇ ਮੂਹਰੇ ਬੈਠ ਕੇ ਮੈਂ ਗੱਲ ਕਰ ਰਹੀ ਹਾਂ ਮੇਰਾ ਦਿਲ ਬਹੁਤ ਤੱਕ ਕਰ ਕੀ ਪੁੱਛਾ ਕੀ ਨਾ ਪੁੱਛਾ ਕੀ ਪੁੱਛਾ ਓਕੇ ਕਰਨੀ ਲਗਾ ਇਹ ਮੇਰਾ ਜਿਯਰਾ ਡੋਲਨੀ ਲਗਾ ਯੈਸ ਸੋ ਮੇਰੀ ਆਡੀਅנס ਸਾਰੀ ਆਡੀਅנס ਇਵਨ ਕਿਉਂਕਿ ਮੇਰੇ ਖਿਆਲ ਨਾਲ ਤੁਸੀਂ ਅੱਜ ਤੱਕ ਕਦੇ ਕੋਈ ਇੰਟਰਵਿਊਜ਼ ਨਹੀਂ ਕੀਤੀਆਂ ਕਦੇ ਕੁਛ ਨਹੀਂ ਤੁਹਾਡੀ ਲਾਈਫ ਤੁਹਾਡੀ ਜਰਨੀ ਕਿੱਦਾਂ ਸ਼ੁਰੂ ਹੋਇਆ ਕਿੱਥੇ ਕਿੱਦਾਂ ਕੀ ਹੋਇਆ ਕਿੱਥੇ ਗਾਇਬ ਹੋਏ ਕਿੰਨਾ ਟਾਈਮ ਕਿੱਥੇ ਰਹੇ ਕਿੱਦਾਂ ਦੀ ਸਟਰਗਲ ਜ਼ਿੰਦਗੀ ਦੀ ਹੋਈ ਸੋ ਹੁਣ ਮੈਂ ਵਿੱਚ ਨਹੀਂ ਟੋਕੂੰਗੀ ਸ਼ੁਰੂ ਹੋ ਜਾਓ ਜ਼ਰਾ ਕਿੱਥੋਂ ਤੋਂ शुरू हुए मैं ऐसे बैठ कर बात करूंगा दुनिया के साथ आपकी ऑडियंस के साथ देखो जी मैं पहली गल एज अपने अंदाजा ला लेंगे बिकॉज मैं राइट आफ्टर माई ग्रेड 12 12वीं क्लास करते सार ही मैं एज एन एंकर मार्केट च उतरिया आया सीगा राइट एंड ये गल है सन 2002 दी हुण अपने हिसाब किताब लाई जान मैथमैटिक्स करी जान मैं मैथ च बहुत वीक सीगा इस करके मैं मैथ दे पंगे च पैना ही नहीं हैगा सो आई स्टार्टेड इन चंडीगढ़ I'm born and brought up in Chandigarh, BBC, born and brought up in Chandigarh, and then मेरा पहला जो इवेंट सीगा एज एन एंकर जो मैं शुरू किया मैं इस इंडस्ट्री च आना मैं सोचा नहीं सी कदी आई नेवर थॉट ऑफ I'm from a lower middle class family मैनू सीगा कि यार फटाफट you know पढ़ाई खत्म होवे या ना खत्म होवे कमाना शुरू करिए क्योंकि घर दे हालात ਇਹੋ ਜਿਹੇ ਸੀਗੇ ਡੈਡੀ ਦੀ ਸੈਲਰੀ ਦੇ ਨਾਲ ਮਸਾਂ ਹੀ ਰੋ ਪਿਟ ਕੇ ਜਾਂ ਕਦੀ ਨਹੀਂ ਵੀ ਚੱਲਦਾ ਸੀਗਾ you know I know ਕਿੱਥੋਂ ਵਿਚਾਰੇ ਅਰੇਂਜ ਕਰਦੇ ਹੁਣ ਅੱਜ ਮੈਂ ਸੋਚਦਾ ਕਿ ਜਦੋਂ ਹੁਣ ਆਪਾਂ ਇਸ ਮੁਕਾਮ ਤੇ ਪਹੁੰਚਦੇ ਜਦੋਂ ਘਰ ਚਲਾਉਣ ਦੀ ਨੌਬਤ ਆਉਂਦੀ ਹੈਗੀ ਹੈ ਰਾਈਟ ਫਿਰ ਮੈਂ ਸੋਚਦਾ ਉਸ ਵੇਲੇ ਕਿਵੇਂ ਵਿਚਾਰੇ ਕੀ ਕਰਦੇ ਹੋਣਗੇ ਕਿੱਥੇ ਹੱਥ ਪਰ ਫਲਾਏ ਹੋਣੇ ਕੀ ਕੀਤਾ ਹੋਣਾ ਘਰ ਚਲਾਉਣ ਲਈ ਸਾਡੇ ਖਰਚੇ ਪੂਰੇ ਕਰਨ ਲਈ ਸਾਡੀ ਡਿਮਾਂਡਾਂ ਐਜੂਕੇਸ਼ਨ ਐਵਰੀਥਿੰਗ ਪੂਰਾ ਕਰਨ ਲਈ ਬਟ ਐਨੀਵੇਜ਼ ਥੈਂਕ ਗॉड ਯੂ ਨੋ ਡੈਡ ਇਜ਼ देयर ਐਂਡ ਦੈਨ ਮੈਂ ਚਾਹੁੰਦਾ ਕਿ ਮੈਨੂੰ ਇਸ ਲਾਇਕ ਬਣਾਇਆ ਜਾਵੇ ਰੱਬ ਇਸ ਇੰਨਾ ਕੁ ਆਸ਼ੀਰਵਾਦ ਦੇਵੇ ਕਿ ਮੈਂ ਉਹਨਾਂ ਦੀ ਸੇਵਾ ਕਰਦਾ ਰਹਾਂ ਸਾਰੀ ਉਮਰ ਬਟ ਕਮਿੰਗ ਬੈਕ ਟੂ ਯੈਸ 2002 ਦੇ ਵਿੱਚ ਮੈਂ ਐਂਕਰਿੰਗ ਸ਼ੁਰੂ ਕੀਤੀ ਸੀਗੀ ਸੋਚਿਆ ਨਹੀਂ ਸੀਗਾ ਗਲਤੀ ਨਾਲ ਐਕਸੀਡੈਂਟਲੀ ਕੁਝ ਸਬਬ ਇਹੋ ਜਿਹਾ ਬਣਿਆ ਕਿ ਮੈਂ ਪਹੁੰਚ ਗਿਆ ਇਵੈਂਟ ਕੰਪਨੀ ਦੇ ਆਫਿਸ ਦੇ ਵਿੱਚ ਉਹ ਕਹਿੰਦੇ ਐਂਕਰਿੰਗ ਕਰ ਲਓਗੇ ਮਾਂ ਕਿ ਮੈਂ ਸਕੂਲ ਦੇ ਵਿੱਚ ਮੈਂ ਬਹੁਤ ਐਕਟਿਵ ਸੀਗਾ ਸਕੂਲ ਦੇ ਵਿੱਚ ਚੰਡੀਗੜ੍ਹ ਮੈਂ ਪੜ੍ਹਿਆ ਸ਼ਿਵਾਲੀ ਪਬਲਿਕ ਸਕੂਲ ਦੇ ਵਿੱਚ ਪੜ੍ਹਿਆ ਹੈਗਾ ਟਿਲ 10th ਉਸ ਤੋਂ ਬਾਅਦ 11ਵੀਂ 12ਵੀਂ ਸੀਗੀ ਐਸਡੀ ਪਬਲਿਕ ਸਕੂਲ ਦੇ ਵਿੱਚ ਤੇ ਸਕੂਲ ਦੇ ਵਿੱਚ ਮੈਂ ਐਕਟਿਵ ਸੀਗਾ ਡਿਬੇਟਸ ਨੇ ਡੈਕਲਾਮੇਸ਼ਨਸ ਨੇ ਮੈਂ ਪਲੇਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਹੈਗਾ ਤੇ ਉਹ ਕੀਤਾ ਸੀਗਾ ਉਹ ਕਹਿੰਦੇ ਤੁਸੀਂ ਕਰ ਲਓਗੇ ਐਂਕਰਿੰਗ ਮੈਂ ਕਿ ਮੈਂ ਸਕੂਲ ਦੇ ਸਟੇਜਾਂ 'ਤੇ ਤਾਂ ਕੀਤਾ ਮੈਂ ਕੰਮ ਡੈਕਲਾਮੇਸ਼ਨ ਡਿਬੇਟਸ ਪਲੇ ਆਈ ਵਾਸ ਬੈਸਟ ਐਕਟਰ ਇਨ ਸਕੂਲ ਬ੍ਰੋ ਲੇਕਿਨ ਉਹਨੇ ਪ੍ਰੋਫੈਸ਼ਨਲੀ ਨਹੀਂ ਸੋਚਿਆ ਸੀ ਨਾ ਪ੍ਰੋਫੈਸ਼ਨਲੀ ਤਾਂ ਮਾਈਂਡ 'ਚ ਇੱਧਰ ਸੀਗਾ ਕਿ ਭਾਈ ਫਟਾਫਟ ਕੋਈ ਕੰਮ ਮਿਲੇ ਨੌਕਰੀ ਕਰੀਏ ਡੈਡੀ ਦਾ ਬੋਝ ਹਲਕਾ ਕਰੀਏ ਥੋੜਾ ਜਿਹਾ ਪਰ ਇੱਕ ਚੀਜ਼ ਮੈਂ ਤੁਹਾਨੂੰ ਕੱਟੂੰਗੀ ਇੱਥੇ ਜਿਵੇਂ ਤੁਸੀਂ ਕਿਹਾ ਵੀ ਫਟਾਫਟ ਏਦਾਂ ਸੀ ਗ੍ਰੇਡ 12 ਕੰਮ ਕਰੀਏ ਮਿਡਲ ਕਲਾਸ ਹੈ ਇਹ ਨਹੀਂ ਸੋਚਿਆ ਮੋਸਟਲੀ ਪ੍ਰੈਸ਼ਰ ਰਹਿੰਦਾ ਹੈ ਫੈਮਿਲੀ ਦਾ ਕਿ ਪੜ੍ਹ ਲੈ ਕੇ ਡਾਕਟਰ ਇੰਜੀਨੀਅਰ ਜਾਂ ਕੁਛ ਹਾਈ ਪੋਸਟ ਦੀ ਜੌਬ ਕਰ ਸਟੱਡੀ ਅੱਗੇ ਜੌਬ ਜਾਂ ਕੁਛ ਏਦਾਂ ਦਾ ਨਹੀਂ ਸੋਚਿਆ ਕਿ ਅੱਗੇ ਸਟੱਡੀ ਕਰਾਂ ਮੈਂ ਘਰ ਦੇ ਵਿਚਾਰੇ ਸੋਚਦੇ ਸੀਗੇ ਹੁਣ ਐਜੂਕੇਸ਼ਨ ਤਾਂ ਮੈਂ ਕਰ ਹੀ ਰਿਹਾ ਸੀ ਮੈਂ ਗ੍ਰੈਜੂਏਸ਼ਨ ਜੁਆਇਨ ਕੀਤੀ ਹੋਈ ਸੀਗੀ ਬਟ ਮੈਂ ਇਹ ਕਹਿ ਰਿਹਾ ਕਿ ਲਾਈਕ ਗ੍ਰੇਡ 12 ਕੀਤੀ ਕਰਦੇ ਸਾਰ ਹੀ ਮੈਂ ਹਜੇ ਆਪਣੇ ਐਡਮਿਸ਼ਨਸ ਲਈ ਭੱਜ ਦੌੜ ਕਰ ਰਿਹਾ ਸੀਗਾ ਐਂਡ ਇਨ ਬਿਟਵੀਨ ਦੈਟ ਟਾਈਮ ਮੈਨੂੰ ਇਹ ਕੰਮ ਆ ਗਿਆ ਮੈਂ ਸੋਚਦੀ ਗੱਲ ਹੈ ਆਈ ਡਿਡ ਮਾਈ ਨਾਨ ਮੈਡੀਕਲ ਮੈਂ 11ਵੀਂ 12ਵੀਂ ਨਾਨ ਮੈਡੀਕਲ ਤੋਂ ਕੀਤੀ ਸੀਗੀ ਮੈਂ ਯੂ ਨੋ ਆਈ ਵਾਸ ਟਰਾਈਂਗ ਫॉर ਮਾਈ ਇੰਜੀਨੀਅਰਿੰਗ ਐਗਜ਼ਾਮਸ ਐਂਟਰੈਂਸ ਐਗਜ਼ਾਮਸ ਉਸ ਵੇਲੇ ਸਿਵਲ ਦੀ ਕੋਈ ਪੁੱਛ ਨਹੀਂ ਸੀਗੀ ਕੋਈ ਬੁੱਕਤ ਨਹੀਂ ਸੀਗੀ ਬਿਲਕੁਲ ਵੀ ਸਿਵਲ ਇੰਜੀਨੀਅਰਿੰਗ ਕਰ ਲਓ ਮੀਨਸ ਕਿ ਤੁਸੀਂ ਭੁੱਖੇ ਮਰਨਾ ਹੈਗਾ ਤੇ ਮੇਰਾ ਐਂਟਰੈਂਸ ਐਗਜ਼ਾਮ ਦੇ ਵਿੱਚ ਰਿਜ਼ਲਟ ਇੰਨਾ ਪਿੱਛੇ ਆਇਆ ਸੀਗਾ ਕਲੀਅਰ ਹੋ ਗਿਆ ਪਰ ਮੈਨੂੰ ਮਿਲਦੀ ਸਿਵਲ ਮੈਂ ਕਿਹਾ ਸਿਵਲ ਤਾਂ ਕਰਕੇ ਫਾਇਦਾ ਨਹੀਂ ਹੈ ਭੁੱਖੇ ਮਰਾਂਗੇ ਫਿਰ ਮੈਂ ਕਿਹਾ ਕੰਮ ਕਰਦੇ ਆ ਮੈਂ 에ਅਰਲਾਈਨਸ 'ਚ ਜੌਬ ਕਰਾਂਗਾ
에ਅਰਲਾਈਨਸ ਦੇ ਵਿੱਚ ਜੇ ਗਰਾਊਂਡ ਸਟਾਫ 'ਚ ਜੌਬ ਕਰਨੀ ਹੈਗੀ ਹੈ ਬੇਸਿਕ ਰਿਕੁਆਇਰਮੈਂਟ ਗ੍ਰੈਜੂਏਸ਼ਨ ਚਾਹੀਦੀ ਸੀਗੀ ਓਕੇ ਸੋ ਆਈ ਥੌਟ ਯੂ ਨੋ ਵਾਟ ਆਈਲ ਡੂ ਗ੍ਰੈਜੂਏਸ਼ਨ ਮੈਂ 에ਅਰਲਾਈਨਸ 'ਚ ਜਾਵਾਂਗਾ ਸੋ ਦੈਟ ਵਾਸ ਦ ਫੋਕਸ ਐਟ ਦੈਟ ਟਾਈਮ ਕਿ ਬਈ ਚਲੋ ਇੰਜੀਨੀਅਰ ਨਹੀਂ ਬਣੇ 에ਅਰਲਾਈਨ 'ਚ ਜਾਵਾਂਗੇ ਮੇਰੇ ਕੁਝ ਰਿਸ਼ਤੇਦਾਰ ਸੀਗੇ ਐਂਡ ਆਈ ਨਿਊ ਕਿ ਬਈ ਜੇ ਮੈਂ 에ਅਰਲਾਈਨ 'ਚ ਚਲਾ ਗਿਆ ਮੈਨੂੰ ਫ੍ਰੀ ਟਿਕਟਸ ਮਿਲਣਗੀਆਂ ਮੇਰੇ ਘਰਦਿਆਂ ਦੀਆਂ ਆਉਣ ਜਾਣ ਦੀਆਂ ਤੇ ਮੈਂ ਮੰਮੀ ਡੈਡੀ ਨੂੰ ਕੈਨੇਡਾ ਲੈ ਕੇ ਜਾਊਂਗਾ ਕਿਉਂਕਿ ਸਿਸਟਰ ਇੱਥੇ ਰਹਿੰਦੇ ਸੀ ਉਸ ਵੇਲੇ ਰਾਈਟ ਸੋ ਦੈਟ ਵਾਸ ਯੂ نو ਛੋਟਾ ਜਿਹਾ ਪਿਆਰਾ ਜਿਹਾ ਕਿਊਟ ਜਿਹਾ ਦਿਮਾਗ ਥੋੜਾ ਸੀਗਾ ਇਹ ਜਿਹਾ ਬਟ ਐਨੀਵੇਜ਼ ਕੁਦਰਤ ਨੂੰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਉਹ ਮੈਨੂੰ ਲੈ ਕੇ ਆਈ ਇਸ ਪਾਸੇ ਮੈਂ ਇਵੈਂਟ ਕੰਪਨੀ ਦੇ ਵਿੱਚ ਪਹੁੰਚਿਆ ਮੁਲਾਕਾਤ ਹੋਈ ਮੇਰਾ ਉਹਨਾਂ ਨੇ ਆਡੀਸ਼ਨ ਲਿੱਤਾ ਤੇ ਮੈਂ ਸਿਲੈਕਟ ਹੋ ਗਿਆ ਮਾਈ ਫਰਸਟ ਸ਼ੋ ਵਾਸ ਫॉर ਏਅਰਟੈਲ ਕੰਪਨੀ ਇਨ ਪੰਜਾਬ ਚੰਡੀਗੜ੍ਹ ਉੱਥੇ ਏਅਰਟੈਲ ਲਾਂਚ ਹੋਈ ਸੀ 2002 ਦੇ ਵਿੱਚ ਤੇ ਮੇਰਾ ਪਹਿਲਾ ਇਵੈਂਟ ਉੱਥੇ ਸੀਗਾ ਟਾਈਮ ਵੈਲਿਊ ਸਰਵਿਸਿਜ਼ ਨਿਤਿਨ ਦੱਤਾ ਸਾਹਿਬ ਇਵੈਂਟ ਕੰਪਨੀ ਦੇ ਮੈਨੇਜਰ ਸੀਗੇ ਓਨਰ ਸੀਗੇ ਐਂਡ ਟਾਈਮ ਵੈਲਿਊ ਸਰਵਿਸਿਜ਼ ਕੰਪਨੀ ਦਾ ਨਾਮ ਸੀਗਾ ਸੈਕਟਰ 35 ਚ ਆਫਿਸ ਐਂਡ ਦੈਨ ਵਿਕੀ ਯੂ ਰਿਮੈਂਬਰ ਐਵਰੀਥਿੰਗ ਵਿਕੀ ਵਾਸ ਦ ਗਾਈ ਵਿਕੀ ਜਿਹੜਾ ਉਹਦਾ ਆਫਿਸ ਚ ਕੰਮ ਕਰਦਾ ਸੀਗਾ ਬੰਦਾ ਦੈਟ ਵਾਸ ਦ ਗਾਈ ਜਿਹਨੇ ਮੈਨੂੰ ਐਕਚੁਅਲੀ ਕਾਲ ਕਰਕੇ ਬੁਲਾਇਆ ਸੀਗਾ ਉੱਥੇ ਸੋ ਬਾਕੀ ਹੋਰ ਸਫ਼ਰ ਦੇ ਵਿੱਚ ਬਹੁਤ ਕੁਝ ਨਾਮ ਆਏ ਚਲੇ ਗਏ ਆ ਡੈਫੀਨਿਟਲੀ ਯਾਦ ਰਹਿਣਗੇ ਜ਼ਿੰਦਗੀ ਵਾਰੀ ਇੱਥੋਂ ਸ਼ੁਰੂਆਤ ਹੋਈ ਸੀਗੀ ਨਾ ਸੋ ਦੈਨ ਦੇयर वाज नो ਲੁਕਿੰਗ ਬੈਕ I became an anchor non-stop, unstoppable, all over Punjab, Haryana, Himachal. बड़े shows भी कीते तुसी. Started from the scratch. Oh yes, started from the scratch. मैं ਜਿਵੇਂ ਸਪੋਜ਼ ਕਰੋ ਮੇਰਾ ਟੂਰ ਨਿਕਲਿਆ ਮੈਂ ਚਲਾ ਗਿਆ ਪੰਜਾਬ ਰੋਡ ਸ਼ੋ ਕਰਨ ਲਈ ਕੋਈ ਹੋਂਡਾ ਕੰਪਨੀ ਨੇ ਕੋਈ 2 ਵੀਲਰ ਲਾਂਚ ਕੀਤਾ ਮੈਂ ਉਹਨਾਂ ਦਾ ਰੋਡ ਸ਼ੋ ਕਰਨ ਚਲਾ ਗਿਆ ਮੇਰਾ ਇਹੋ ਜਿਹਾ ਹਾਲ ਸੀਗਾ ਮੈਂ 9 ਦਿਨ ਲਗਾਤਾਰ ਸੜਕਾਂ ਤੇ ਹੈਗਾ ਉਹ ਟਰੱਕ ਹੁੰਦੇ ਸੀ ਓਪਨ ਵਾਲੇ ਪਿੱਛੋਂ ਸਜਾਏ ਹੁੰਦੇ ਸੀ ਫੈਬਰੀਕੇਟ ਕੀਤੇ ਹੁੰਦੇ ਸੀਗੇ ਉਹਦੇ ਵਿੱਚ ਜਾ ਕੇ ਕਿਸੇ ਮਾਰਕੀਟ 'ਚ ਰੋਕ ਕੇ ਮਾਈਕ ਦੇ ਵਿੱਚ ਲੋਕਾਂ ਨਾਲ ਗੇਮਾਂ ਖੇਡਣੀਆਂ ਗਿਫਟ ਵੰਡਣੇ ਉਹ ਕੰਮ ਤੋਂ ਸ਼ੁਰੂਆਤ ਹੋਈ ਸੀਗੀ ਮੈਂ ਘਰੇ ਆਉਣਾ ਮੇਰੀ ਮਾਤਾ ਨੇ ਪਛਾਣਨਾ ਨਹੀਂ ਬੇਟਾ ਗੌਰਵ ਤਾਂ ਹੈ ਨਹੀਂ ਘਰੇ ਤੁਸੀਂ ਬਾਅਦ 'ਚ ਆਏ ਹੋ ਨਾ ਮੰਮੀ ਮੈਂ ਹੀ ਆ ਕਿਉਂਕਿ ਹਾਲ ਵਿਗੜੇ ਹੁੰਦੇ ਸੀ ਨਾ ਪੂਰੇ ਤੇ ਜਿਵੇਂ ਮੈਂ ਤੁਹਾਡੇ ਸਰਚ ਕੀਤੀ ਹੈ ਜਦੋਂ ਤੁਸੀਂ 2 ਕੰਪੀਟੀਸ਼ਨ ਵੀ ਵਿਨ ਕੀਤੇ ਹੈਗੇ ਨੇ ਸੋ ਉਹਨਾਂ ਦਾ ਥੋੜਾ ਜਿਹਾ ਕੁਝ ਦੱਸੋਗੇ ਕਿ ਕੰਪੀਟੀਸ਼ਨ ਜਿਹੜੇ ਵਿਨ ਕੀਤੇ ਨੇ ਆਡੀਅנס ਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਸਾਡੇ ਗੈਸਟ ਨੇ ਉਹ ਕੋਈ ਇਦਾਂ ਹੀ ਨਹੀਂ ਮਿਸਟਰ ਇੰਡੀਆ ਦਾ ਇੱਕ ਤਰ੍ਹਾਂ ਦਾ ਸਾਰਾ ਸੋ ਬੇਸਿਕਲੀ ਦ ਥਿੰਗ ਇਜ਼ ਦਿਸ ਆਈ ਟੈਲ ਯੂ ਮੈਂ ਜਿਵੇਂ ਕਿਹਾ ਕਿ ਮੇਰਾ ਐਂਕਰਿੰਗ ਵਾਸ ਐਕਸੀਡੈਂਟਲੀ ਸੇਮ ਵੇ ਆਈ ਐਂਟਰਡ ਮਾਡਲਿੰਗ ਅਗੇਨ it was by chance I went to an office ki bhai toda show ho raha hai you are doing Mr and Miss Glamorous North India Lashkara channel was a channel partner for that and I said ki main anchor hai ਮੈਂ ਆਪਣੇ ਉਹ ਫਾਈਲ ਜੀ ਲੈ ਕੇ ਗਿਆ ਸੀਗਾ ਉਹਦੇ ਚ ਮੇਰੀ ਫੋਟੋਆਂ ਨਿਊਜ਼ ਕਟਿੰਗਸ ਉਹ ਸਾਰੇ ਕੁਝ ਸੀਗਾ ਉਸ ਵੇਲੇ ਹੀ ਚੱਲਦਾ ਸੀ ਨਾ ਸੋ ਮੈਂ ਆਪਣਾ ਫੋਲਡਰ ਬਣਾ ਕੇ ਲੈ ਗਿਆ ਮੈਂ ਕਿਹਾ ਦਿਸ ਲੁੱਕ ਐਟ ਦਿਸ ਐਂਡ ਦੈਨ ਆਈ ਹੈਵ ਅ DVD ਯੂ ਕੈਨ ਸੀ ਮਾਈ ਐਂਕਰਿੰਗ ਸਟਫ ਗਿਵ ਮੀ ਵਰਕ ਉਹ ਕਹਿੰਦੇ ਵੀ ਦੇਖੋ ਸਾਡਾ ਤਾਂ ਐਂਕਰ ਦਿੱਲੀ ਤੋਂ ਆ ਰਿਹਾ ਹੈਗਾ ਐਂਡ ਕਹਿੰਦੇ ਕਿ ਉਹ ਤਾਂ ਦਿੱਲੀ ਤੋਂ ਹੈਗੇ ਨੇ ਉਸ ਵੇਲੇ ਬਹੁਤ ਨਾਮ ਹੁੰਦਾ ਸੀਗਾ ਯੂ نو ਬਹੁਤ ਕੰਮ ਕਰੇ ਪੱਲਵ ਬੋਸ ਉਹਨਾਂ ਦਾ ਨਾਮ ਕਹਿੰਦੇ ਉਹ ਐਂਕਰ ਦਿੱਲੀ ਤੋਂ ਆ ਰਹੇ ਨੇ so we don't have any work for anchor why don't you participate in a contest ਮੈਂ ਕਹਾਂ ਪਾਰਟਿਸਪੇਟ ਮੈਂ ਕਿੱਥੇ ਇੰਜੀਨੀਅਰਿੰਗ ਤੋਂ ਜਾਂਦਾ 에ਅਰਲਾਈਨ ਤੋਂ ਜਾਂਦਾ ਤਾਂ ਮੈਂ ਐਂਕਰ ਬਣ ਗਿਆ ਇੰਨਾ ਬਹੁਤ ਹੈ ਮੈਂ ਕਿਹਾ ਮੈਂ ਹੁਣ ਮਾਡਲਿੰਗ ਕਿੱਥੇ ਕਰਨੀ ਕੰਟੈਸਟ ਹੋਵੇ ਇਟਸ ਨਾਟ ਜਸਟ ਅ ਸ਼ੋ ਯੂ نو ਯੂ ਬੇਸਿਕਲੀ ਗੋਇੰਗ ਫॉर ਅ ਮੈਨਡ ਕਾਈਂਡ ਆਫ ਥਿੰਗ ਆਈ ਐਮ ਨਾਟ ਰੈਡੀ ਫॉर दैट ਮੈਂ ਘਰੇ ਆ ਗਿਆ ਮੈਂ ਮੰਮੀ ਨਾਲ ਗੱਲ ਸਾਂਝੀ ਕੀਤੀ ਮੈਂ ਕਿਹਾ ਮੰਮੀ ਜੀ ਆਹ ਕਰਕੇ ਸੀਗਾ ਸਿਸਟਮ ਜਾਂ ਮੇਰਾ ਤਾਂ ਟਾਈਮ ਵੇਸਟ ਹੋ ਗਿਆ ਕੰਮ ਤਾਂ ਮਿਲਿਆ ਨਹੀਂ ਹੈਗਾ ਕਿਉਂਕਿ ਮਾਈ ਥਿੰਗ ਵਾਸ ਆਈ ਐਮ ਕਮਿੰਗ ਫਰੋਮ ਅ ਫੈਮਿਲੀ ਜਿੱਥੇ ਰੋਟੀ ਵੀ ਆਸਾਨੀ ਨਾਲ ਔਖਾ ਹੋ ਰਿਹਾ ਹੈਗਾ ਤੇ ਮੈਂ ਤਾਂ ਨਹੀਂ ਸੋਚ ਸਕਦਾ ਨਾ ਹੋਰ ਚੀਜ਼ਾਂ ਮੇਰਾ ਫੋਕਸ ਸੀਗਾ ਪੈਸਾ ਕਿ ਮੈਨੂੰ ਪੈਸੇ ਕਮਾਉਣੇ ਆ ਪੜ੍ਹਾਈ ਨਾਲ ਚੱਲ ਰਹੀ ਹੈ ਹੁਣ ਮੇਰੀ ਗ੍ਰੈਜੂਏਸ਼ਨ ਨਾਲ ਚੱਲ ਰਹੀ ਹੈਗੀ ਹੈ ਓਕੇ ਆਈ ਵਾਸ ਡੂਇੰਗ ਮਾਈ ਗ੍ਰੈਜੂਏਸ਼ਨ ਨਾਲ ਸੈਕਟਰ 26 ਖਾਲਸਾ ਕਾਲਜ ਜਿਹੜਾ ਸੀਗਾ ਐਡਮਿਸ਼ਨ ਲਿੱਤੀ ਹੋਈ ਸੀਗੀ ਮੈਂ ਜਾਂਦਾ ਨਹੀਂ ਸੀਗਾ ਐਂਡ ਮੇਰੀ ਉਹ ਨਹੀਂ ਹੁੰਦੀ ਸੀ ਅਟੈਂਡੈਂਸ ਨਹੀਂ ਮੇਰੀ ਪੂਰੀ ਹੁੰਦੀ ਸੀਗੀ ਉਹਦਾ ਉਹ ਫਾਈਨ ਲੈਂਦੇ ਸੀ ਇਹ ਕਹਿੰਦੇ ਸੀ ਆਹ ਕੰਮ ਕਰ ਦੋ ਤੁਸੀਂ ਤੁਹਾਡੀ ਅਟੈਂਡੈਂਸ ਪੂਰੀ ਹੋ ਜਾਏਗੀ ਮੈਂ ਕਿਹਾ ਫਾਈਨ ਠੀਕ ਹੈ ਆਈ ਜਸਟ ਗੋ ਫॉर ਐਗਜ਼ਾਮਸ ਰਾਈਟ ਤੇ ਨਾਓ 2004 ਦੀ ਗੱਲ ਹੈਗੀ ਹੈ ਐਂਡ ਮਮ ਕਹਿੰਦੇ ਯੂ نو ਵਾਟ ਲੈ ਲੈ ਐਕਸਪੀਰੀਅੰਸ ਮੈਂ ਕਿਹਾ ਯਾਰ ਮੈਂ ਪੈਸੇ ਕਮਾਉਣ ਗਿਆ ਸੀ ਮੈਂ ਖਰਚ ਕਰਨੇ ਦੱਸੋ ਬਿਕਾਜ਼ ਐਟ ਟਾਈਮ ਇਫ ਆਮ ਨਾਟ ਰੋਂਗ anywhere between 350 700 ਦੇ ਵਿਚਕਾਰ ਉਹਦੀ ਕੋਈ ਫੀਸ ਸੀਗੀ okay so I don't remember exactly but somewhere around this fees sigi to participate and I was like man yaar main nahi karna mummy kehndi kar la experience miluga kuch sikhuga nawa मैं okay mata ja mata di let's do it so pahunch gaya na kole मैं okay fine let's do it
ਕੋਈ ਜਾਣ ਪਛਾਣ ਨਹੀਂ, ਕੋਈ ਕਨੈਕਸ਼ਨ ਨਹੀਂ, ਕੋਈ ਲਿੰਕ ਨਹੀਂ। ਮੈਂ ਕਮਿੰਗ ਫਰੋਮ ਸਾਦੀ ਫੈਮਿਲੀ, ਨੀਚੇ ਦੀ ਫੈਮਿਲੀ, ਮਸਾ ਗੁਜ਼ਾਰਾ ਆਪਾਂ ਕਰ ਰਹੇ ਹੈਗੇ ਆ ਤੇ ਆਪਾਂ ਹੀ ਪਹੁੰਚ ਗਏ ਉਹਨਾਂ ਕੋਲੇ। ਉਹਨਾਂ ਦੇ ਕੋਚਸ ਆਏ, ਕੁਝ ਲੈਸਨਸ ਦਿਖਾਏ, ਸਿਖਾਏ, ਵਾਕ ਕਿਵੇਂ ਕਰਨੀ ਹੈ, ਦਿਸ ਦੈਟ, ਟ੍ਰੇਨਿੰਗ ਹੋਈ ਫॉर few days and then we do some rounds, ਇੱਧਰ ਉੱਧਰ ਰਾਉਂਡਸ ਕੀਤੇ ਆਪਾਂ, ਟੈਲੈਂਟ ਰਾਉਂਡ, ਦਿਸ ਰਾਉਂਡ, ਦੈਟ ਰਾਉਂਡ, ਐਂਡ ਕਰਦੇ ਕਰਾਂਦੇ ਆਪਾਂ ਮੇਨ ਸਟੇਜ ਪਹੁੰਚ ਗਏ ਐਂਡ ਸਮਵੇਅਰ ਨੀਅਰ ਮੋਹਾਲੀ, ਚੰਡੀਗੜ੍ਹ ਦੇ ਕੋਲੇ, ਮੋਹਾਲੀ ਦੇ ਕੋਲੇ ਵੱਡਾ ਸਟੇਜ ਸਟੂਜ ਲੱਗਿਆ, ਲੋਕ ਆਏ ਉੱਥੇ, ਲਸ਼ਕਾਰਾ ਚੈਨਲ ਵਾਸ ਟੈਲੀਵਾਈਜ਼ਿੰਗ ਇਟ, ਬੇਸਿਕਲੀ ਐਵਰੀਥਿੰਗ ਸਾਰਾ ਉੱਥੇ ਟੈਲੀਵਾਈਜ਼ ਕਰਨਾ ਸੀਗਾ। ਐਂਡ ਦੈਨ ਮੈਂ ਖੜਿਆ, ਰਾਉਂਡ ਚੱਲ ਰਹੇ ਹੈਗੇ ਐਂਡ ਉਹਨੇ ਅਨਾਉਂਸ ਕਰਨੇ ਸ਼ੁਰੂ ਕੀਤੇ, ਸਬਟਾਈਟਲਸ ਦਿੰਦੇ ਸਭ ਤੋਂ ਪਹਿਲਾਂ, ਰਾਈਟ। ਸਬਟਾਈਟਲਸ ਦੇ ਵਿੱਚ ਮੇਰਾ ਨਾਮ ਆ ਗਿਆ ਕਿ ਮਿਸਟਰ ਟੈਲੈਂਟਡ, ਆ ਜਾਓ ਜੀ, ਆਲਰਾਈਟ ਫਾਈਨ। ਨਾਓ ਆਈ ਐਮ ਕਨਫਿਊਜ਼ਡ ਬਿਟਵੀਨ ਟੈਲੈਂਟਡ ਐਂਡ ਮਿਸਟਰ ਕੌਨਫੀਡੈਂਸ ਐਂਡ ਮਿਸਟਰ ਟੈਲੈਂਟ, ਕੁਝ ਸੀਗਾ ਮੇਰਾ। ਸੋ ਮੈਂ ਆਇਆ, ਸਬਟਾਈਟਲ ਲਿੱਤਾ, ਮੈਂ ਲੈ ਕੇ ਆਪਣਾ ਪਿੱਛੇ ਆ ਗਿਆ। ਮੈਂ ਕਿਹਾ ਵੀ ਓਕੇ, ਰਿਪੋਰਟ ਹੋ ਗਿਆ, ਸਾਨੂੰ ਇੱਕ ਸਬਟਾਈਟਲ ਮਿਲ ਗਿਆ, ਸਾਡੀ ਇੱਜ਼ਤ ਬਚ ਗਈ। ਮੁਹੱਲੇ ਦੇ ਬੱਚੇ ਯਾਰ ਦੋ ਸਾਹਮਣੇ ਖੜੇ ਨੇ, ਮੰਮੀ ਡੈਡੀ ਸਾਹਮਣੇ ਖੜੇ ਨੇ, ਇੱਜ਼ਤ ਬਚ ਗਈ, ਕੁਛ ਤਾਂ ਮਿਲ ਗਿਆ ਹੈਗਾ, ਸਮਥਿੰਗ ਇਜ਼ देयर, आई एम हैप्पी विद दैट। ਅੱਛਾ, ਬਟ ਫਿਰ ਵੀ ਕੀ ਹੁੰਦਾ, ਸਭ ਕੁਝ ਹੋਣ ਤੋਂ ਬਾਵਜੂਦ ਯੂ ਹੈਵ ਸਮ ਲਿਟਲ ਐਕਸਪੈਕਟੇਸ਼ਨਸ ਇੰਨੀ ਜੀ ਨਾ, ਉਹਦੀ ਛੋਟੀ ਨਿੱਕੀ ਐਕਸਪੈਕਟੇਸ਼ਨ ਹੁੰਦੀ ਆ। ਤੇ ਜਦੋਂ ਉਹਨੇ ਕਿਹਾ ਨਾ ਸੈਕਿੰਡ ਰਨਰ ਅਪ, ਸ਼ਾਇਦ you never know, maybe give it to me baby, ਨਹੀਂ ਆਇਆ। ਫਿਰ ਉਹਨੇ ਕਿਹਾ ਫਰਸਟ ਰਨਰ ਅਪ, maybe first runner up, let's do it, ਨਹੀਂ ਆਇਆ। ਉਸ ਤੋਂ ਬਾਅਦ ਆਇਆ ਵਿਨਰ, ਟਾਈਟਲ ਵਿਨਰ, ਚੱਲ ਪਰਾਂ ਗੌਰਵ, ਇੱਥੇ ਥੋੜੀ ਹੈ, ਥੋੜੀ ਕਿੱਥੇ। and then they said your name, title winner, Mr. Glamorous, North India, Lashkara channel, Gaurav Shah. Wow, proud moment. Hoy. I don't know, man, how my mom, dad would have tackled that at that time, Oh my God. And then I was there. I was like right in the middle of the stage, taking that final walk and then coming back. ਉਹਨੂੰ ਦੱਸਿਆ ਸੀ ਨਾ ਕਿ ਜੇ ਕੋਈ ਵਿਨਰ ਹੋਏਗਾ ਤਾਂ ਉਹਨੇ ਐ ਕਰਕੇ ਵਾਕ ਲੈ ਕੇ ਆਣੀ ਹੈ ਤੇ ਇੱਥੇ ਆ ਕੇ ਖੜੇ ਹੋਣਾ ਹੈਗਾ। I never thought I'll be doing that. And then I took that ramp, I took that walk, and then that probably gonna walk had a more different confidence. Oh man, ਮੈਂ ਅੰਦਰੋਂ ਐ ਉੱਡ ਰਿਹਾ ਸੀਗਾ, oh God, what is this happening to you? I believe in luck, I believe in destiny. I am the same person. Yes, ਥੋੜੇ ਬਹੁਤ ਆਪਣਾ ਟੈਲੈਂਟ ਸਾਡਾ ਸ਼ਾਰਪਰ ਹੁੰਦਾ, this and that is there, but I really believe something is there is one superpower ਜਿਹੜੀ ਸਭ ਕੁਝ ਤੁਹਾਡੇ ਲਈ ਰਚ ਰਹੀ ਹੈਗੀ ਹੈ, ਰਾਈਟ। ਤੁਹਾਡਾ ਵਕਤ ਆਉਂਦਾ ਹੈਗਾ। and then I took that session ਬਣਾਤਾ, done, but that was not the end of my modeling thing, because there was a guy, Mr. Sunil Bansal, I remember his name, very respectable guy, very good, he has given a lot of top female models to the industry. He has given top female models to the industry. ਜਿੱਦਾਂ ਕਿ Anshul Kumar, Candy Brad, they're big names. Wow. More than that, ਇਹ ਤਾਂ ਮੈਨੂੰ ਅਜੇ ਚੇਤੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਵੱਡੇ ਨਾਮ ਨੇ ਜਿਹੜੇ ਇਹਨਾਂ ਨੇ ਉਸ ਵੇਲੇ he has given, because he used to do a female pageant, female contest, modeling contest every year. That was called Face of the Year. And Sector 17 of the office siga, and then he said, what, I'm doing Man and for the very first time, Gaurav, come and participate in my show. You will, you'll not regret. You'll be happy once you do well in my show, but you have to do well in the show, right? That's how you can go. ਮੈਂ ਕਿਹਾ ਨਹੀਂ, because ਉਹਨਾਂ ਦੀ ਫੀਸ ਹੋਰ ਜ਼ਿਆਦਾ ਸੀਗੀ, somewhere around 3000 something ਫੀਸ ਸੀਗੀ ਉਹਨਾਂ ਦੀ। ਮੈਂ ਕਿਹਾ ਨਹੀਂ ਯਾਰ, ਮੈਂ ਕਿਹਾ ਤਾਂ ਨਹੀਂ sir, thank you so much, I appreciate, but no. Then again went to mama. ਮੰਮੀ ਕਹਿੰਦੇ experience ਲੈ ਲਾ। ਮੈਂ ਕਿਹਾ ਮੰਮੀ ਤੁਸੀਂ ਜ਼ਿਆਦਾ ਖਰਚਾ ਕਰਾ ਰਹੇ ਹੋ ਮੇਰਾ, ਇੰਨੇ ਤਾਂ ਆ ਨਹੀਂ ਰਹੇ। ਤੇ ਉਹ ਕਹਿੰਦੇ ਨਹੀਂ ਕਿ ਕਰ ਲੈ, ਕੋਈ ਗੱਲ ਨਹੀਂ, never know, ਹੁਣ ਤੇਰਾ because ਹੁਣ ਮੰਮੀ ਵੀ confident ਹੋ ਗਏ ਨਾ, ਖੁਸ਼ ਵੀ ਹੋ ਗਏ, ਡੈਡੀ ਵੀ ਖੁਸ਼ ਤੇ confident ਹੋ ਗਏ। ਕਹਿੰਦੇ ਤੂੰ ਕਰ, ਸਿੱਖ, because the thing is this, ਮੈਂ ਇੱਕ ਇਹੋ ਜਿਹੇ ਬੈਕਗਰਾਊਂਡ ਤੋਂ ਆ ਰਿਹਾ ਜਿੱਥੇ ਮੇਰੇ ਡੈਡ ਕਲੈਰੀਕਲ ਜੌਬ ਕਰ ਰਹੇ ਹੈ। ਉਹਨਾਂ ਦਾ ਕੋਈ ਖਾਸ ਕਲੈਰਿਟੀ ਨਹੀਂ ਹੈਗੀ ਮੇਰੇ ਫਿਊਚਰ ਨੂੰ ਲੈ ਕੇ। ਮੈਨੂੰ ਥੋੜਾ ਜਿਹਾ ਹੋਇਆ ਸੀਗਾ ਕਿ ਹਾਂ ਵੀ ਮੇਰੇ ਕੁਝ ਰਿਸ਼ਤੇਦਾਰ ਹੈਗੇ ਨੇ ਦੂਰ ਦਰਾਜ਼ ਦੇ ਜਿਹੜੇ 에ਅਰਲਾਈਨਸ 'ਚ ਹੈਗੇ ਨੇ। ਇੰਜੀਨੀਅਰ ਮੈਂ ਨਹੀਂ ਬਣ ਸਕਿਆ, ਬਣ ਵੀ ਕਿਵੇਂ ਜਾਂਦਾ, ਕਿਉਂਕਿ ਜਦੋਂ ਮੈਂ ਇੰਜੀਨੀਅਰਿੰਗ ਦੀ ਫੀਸਾਂ ਵੀ ਪੁੱਛੀਆਂ, ਮੈਂ ਕਿੱਥੋਂ ਪੜ ਲੈਣੇ ਸੀ, ਘਰਦਿਆਂ ਕੋਲ ਕਿੱਥੇ ਸੀਗੇ ਉਹ ਪੈਸੇ। ਬਟ ਹੋਟਲ ਮੈਨੇਜਮੈਂਟ ਲਈ ਮੈਂ ਸੋਚਿਆ, ਮੈਂ 에ਅਰਲਾਈਨਸ 'ਚ ਜਾਣ ਬਾਰੇ ਸੋਚਿਆ, ਉਹ ਚੀਜ਼ਾਂ ਸੀਗੀਆਂ ਦਿਮਾਗ ਦੇ ਵਿੱਚ ਚੱਲ ਰਿਹਾ ਸੀਗਾ। ਬਟ ਐਨੀਵੇਜ਼, ਕਮਿੰਗ ਬੈਕ ਟੂ ਸੈਕਿੰਡ ਸ਼ੋ,
in the year 2004, and I go for it. And long story short, I was again on the final round on the main stage. It was Hercules Man of the Year 2004, and I'm on the final stage, and they're announcing the name, subtitle, Mr. Confidence. I get it. I'm okay with the subtitle because now this is a very big level show. Big level judges are sitting there who are judging, right? And मैं कहा यार इतने तक चलो की होना वही सेकंड रनर अप फर्स्ट रनर अप डन डील एंड द टाइटल विनर हरकुलिस मैन ऑफ द ईयर मैंने लगा मेरा हार्ट फेल हो जाना गौरव शाह नहीं ये झूठ है ना करो मेरे लिए don't do this to me and I was the winner second time in the year 2004 that was my lucky year I suppose. One thing is I have to interrupt you. ਜਿਹੜੀ story ਹੁਣ ਤੱਕ ਸੁਣੀ ਹੈ ਆਪਣੇ every successful man has a woman behind the success. Mummy. So, there is your mom. Mummy. Is story actually reality because she forced you to do that, She right? was the only one to tell me. Yeah. She always, my mom and dad, honestly, they supported me for everything. ਮੈਂ ਇੱਕ ਵਾਰ ਸਟਾਰਟਿੰਗ ਦੇ ਵਿੱਚ ਮੈਂ ਦੱਸਦਾ ਬਿਕੋਜ਼ ਇਹ 12ਵੀਂ ਤੋਂ ਬਾਅਦ ਜਦੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਮੈਂ ਉਸ ਵੇਲੇ ਕਿਸੇ ਦੇ ਉਹ ਚ ਵੀ ਫਸਿਆ ਸੀਗਾ ਐਕਟਿੰਗ ਸਿਖਾਉਣ ਵਾਲੇ ਚੱਕਰਾਂ 'ਚ ਵੀ ਫਸਿਆ ਸੀਗਾ ਮੈਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿਉਂਕਿ ਜਦੋਂ ਆ ਚੀਜ਼ਾਂ ਸ਼ੁਰੂ ਹੋਈਆਂ ਕਹਿੰਦੇ ਆ ਵੀ ਸਿੱਖ ਲੈ ਕਰ ਲੈ ਮੇਰੇ ਫਾਦਰ ਸਾਹਿਬ ਨੇ ਮੈਨੂੰ ਯਾਦ ਆ ਉਸ ਵੇਲੇ 10-11,000 12,000 ਰੁਪਏ ਕੱਢ ਕੇ ਪਤਾ ਨਹੀਂ ਕਿੱਥੋਂ ਦੀ ਬੋਨਸ ਚੱਕ ਕੇ ਆਪਣਾ ਦਿੱਤੇ ਸੀਗੇ I'm not going to take the names fraud ਸੀਗਾ ਸਿਸਟਮ ਚ Okay. and I never looked back there like no this is a fun point for me I'm doing it I'm an anchor right ਮੈਨੂੰ ਰੱਬ ਨੇ ਹੁਣ ਆ ਦੇਤਾ ਹੈਗਾ ਅੰਦਰੋਂ ਹੈਗਾ ਇੱਕ ਕੁਆਲਿਟੀ ਹੈਗੀ ਚੱਲ ਰਹੀ ਹੈ ਕੰਮ ਅੱਗੇ ਵਧ ਰਿਹਾ ਹੈਗਾ I will do it ਮਾਡਲਿੰਗ ਦਾ 2004 ਦੇ 2 ਟਾਈਟਲ ਜਿੱਤੇ ਉਸ ਤੋਂ ਬਾਅਦ I did 2 shows ਪੰਜਾਬ ਦੇ ਵਿੱਚ ਮੇਲ ਮਾਡਲਸ ਨੂੰ ਪੈਸਾ ਦੇ ਕੇ ਰਾਜ਼ੀ ਨਹੀਂ ਸੀਗੇ bad man ਕਿਉਂ ਯਾਰ ਮਤਲਬ why I really feel sad and bad for that. नहीं सीगा बजट पैसे नहीं देते सीगे मेल मॉडल मैं 2 शो कितना मांगा थैंक यू जी No money. I cannot do this. Maybe rich guys they can do it for the shock I cannot it is my profession मैं चुपचाप अपना एंकरिंग दे वाल but having said that रब जो करता है कहते ना कुछ डिजाइनिंग होती कुछ प्लानिंग होती है because of those titles that I won, because of the popularity that I gained at that time, for all those news articles and press releases and conferences and new interviews, I started getting music videos now. That was my entry into the music videos. Honey Romi ji, thank you so much. Those were the first ones, जिन्होंने नाम मैं start किया सीगा. You know, 2 brothers, Honey and Romi, and those guys. I started with them, and then there was no looking back. There was music videos. I was hosting, anchoring. Started from the road shows, small little campaigns. Now I was working. I was ਬਹੁਤ doing. ਹਿੱਟ ਸ਼ੋ ਵੀ ਸੀਗਾ ਪੰਜਾਬੀ ਦਾ ਤੁਸੀਂ ਉਹ ਮੇਰਾ ਆਉਣ ਤੋਂ ਪਹਿਲਾਂ 2013 ਚ ਜਦੋਂ ਮੈਂ ਕੈਨੇਡਾ ਆਇਆ ਆਂਦੇ ਹੋਏ that was campus ਪੰਜਾਬੀ that I did. ਉਹਦੇ ਉੱਤੇ ਪਹੁੰਚਦੇ ਉੱਥੇ ਤੱਕ ਵੀ ਹਜੇ ਉਸ ਤੋਂ ਪਹਿਲਾਂ I did Miss PTC Punjabi, hosted 2 seasons of Miss PTC Punjabi. Satinder Sati ji main final ਤੇ ਸੈਮੀਫਾਈਨਲ ਰਾਉਂਡ ਹੋਸਟ ਕਰਦੇ ਸੀਗੇ ਇਨ ਦ ਸਟੂਡੀਓਜ਼ ਜਿਹੜਾ ਸਿਟੀ ਰਾਉਂਡ ਹੁੰਦਾ ਸੀਗਾ ਉਹ ਮੈਂ ਕੀਤੇ ਨੇ 2 ਸਾਲ ਮਿਸ ਪੀਟੀਸੀ ਪੰਜਾਬੀ ਮਿਸ ਸੀਡੀਸੀ ਪੰਜਾਬੀ ਇੱਕ ਕੰਪੀਟੀਸ਼ਨ ਹੋਇਆ ਸੀਗਾ ਪੇਚਾ ਭੰਗੜੇ ਦਾ ਆਈ ਡਿਡ ਦੈਟ ਐਂਡ ਦੈਨ ਲਾਫਟਰ ਦਾ ਮਾਸਟਰ ਜਿਹੜਾ ਕਿ ਪੀਟੀਸੀ ਦਾ ਪਹਿਲਾ ਲਾਫਟਰ ਰਿਐਲਿਟੀ ਸ਼ੋਅ ਜਿਹੜਾ ਉਹਨਾਂ ਦਾ ਆਇਆ ਸੀਗਾ ਸੋ ਦਾ ਫਰਸਟ ਸੀਜ਼ਨ ਮੈਂ ਹੋਸਟ ਕੀਤਾ ਸੀਗਾ ਲਾਫਟਰ ਦਾ ਮਾਸਟਰ ਕਪਿਲ ਦੇਵ ਜੀ ਨੇ ਕਰਾਇਆ ਸੀ ICL ਮੈਚਸ ਪੰਚਕੂਲਾ ਸਟੇਡੀਅਮ ਦੇ ਵਿੱਚ I did that. I hosted the whole series of those matches. ਉਹਦੇ ਵਿੱਚ ਅਣਗਿਣਤ Bollywood artists, ਅਣਗਿਣਤ Punjabi singers were there. And I was hosting. I don't even remember ਮੈਨੂੰ ਯਾਦ ਵੀ ਕਿੰਨੇ ਮੈਂ ਉਹ ਕਰਤੇ ਸੀਗੇ ਉਸ that time. I was like on the go, on fire at that time. IPL first season. I was the official host from PTC Punjabi. There was a show that used to come in the evening ਚ ਆਉਂਦਾ ਸੀਗਾ ਪ੍ਰੋਗਰਾਮ IPL fresh update. Okay. ਤੇ ਉਹਦੇ ਵਿੱਚ ਕ੍ਰਿਕਟਰਸ ਤੇ ਉਹਨਾਂ ਦੇ ਜਿੰਨੇ ਵੀ ਸਪਾਂਸਰਸ ਐਡਵਰਟਾਈਜ਼ਰਸ ਉਹਨਾਂ ਦੇ ਇੰਟਰਵਿਊਜ਼ ਹੁੰਦੇ ਸੀਗੇ ਉਹ ਮੈਂ ਸਵੇਰੇ ਸ਼ੂਟ ਕਰਦਾ ਸੀਗਾ ਇੰਟਰਵਿਊਜ਼ ਕਰਦਾ ਸੀਗਾ ਰਾਤੀ ਸ਼ਾਮ ਨੂੰ ਜਦੋਂ ਮੈਚ ਹੁੰਦਾ ਸੀਗਾ ਸਟੇਡੀਅਮ ਮੋਹਾਲੀ ਦੇ ਵਿੱਚ ਉੱਥੇ ਮੈਂ ਪਹੁੰਚ ਜਾਂਦਾ ਸੀਗਾ ਸ਼ਾਮ ਨੂੰ ਟੂ ਡੂ ਦ ਲਾਈਵ ਕਮੈਂਟਰੀ ਫॉर दैट ਮੈਚ Okay. IPL ਦੇ ਪਹਿਲਾ ਸੀ ਫਰਸਟ ਸੀਜ਼ਨ ਆਫ IPL. ਸੋ ਮਤਲਬ ਮੈਚਸ ਵੀ ਸਾਰੇ ਪਾਸੇ ਮੱਲਾ ਮਾਰੀਆਂ ਆ ਗਾਣੇ ਜਿਹੜੇ ਮਾਡਲਿੰਗ ਦਾ ਤੁਸੀਂ ਥੋੜਾ ਜਿਹਾ ਇੰਡਸਟਰੀ ਵੱਲ ਹੁਣ ਚੱਲਦੇ ਹੈਗਾ ਐਂਕਰੀ ਮਾਡਲਿੰਗ ਦੇ ਗਾਣੇ ਮਤਲਬ ਹਿੱਟ ਗਾਣੇ ਆਡੀਅנס ਨੂੰ ਸਾਡੇ ਨੂੰ ਪਤਾ ਲੱਗਣਾ ਚਾਹੀਦਾ ਥੋੜੇ ਜਿਹੇ ਗਾਣਿਆਂ ਦੇ ਦੱਸੋਗੇ ਕਿਹੜੇ ਗਾਣੇ ਤੁਸੀਂ
See, I tell you one thing. So मैं जिन्हें ਇੱਕ ਮੈਂ ਦੱਸਦੀ ਹਾਂ हाँ ਗੋਰੀ ਗੋਰੀ ਵੀਣੀ ਨੂੰ ਤੂੰ ਚੰਨਾ ਚੂੜੀਆਂ ਚੜਾ ਦੇਵੇ exactly. Now imagine that गाना वो गाना है, उस गाने दी मैं दसना उसकी भी कहानी है. ਆਪਾਂ ਕਰ ਸਕਦੇ ਸ਼ੇਅਰ ਹਾਂ ਕਰੀਏ ਯਾ ਓਏ ਹੋਏ ਹੋਏ ਮਜ਼ੇਦਾਰ ਕਹਾਣੀ ਹੈ ਦੀ ਵੀ. ਆਲ ਰਾਈਟ. ਸੋ ਗੋਰੀ ਗੋਰੀ ਵੀੜੀ ਗਾਣਾ ਜਿਹੜਾ ਹੈਗਾ ਆਰ ਸਵਾਮੀ ਜੀ, ਰਿਸਪੈਕਟਫੁਲ, ਆਈ ਲਵ ਹਿਮ. ਆਰ ਸਵਾਮੀ ਵਾਸ ਸੱਚ ਏ I love him. Gem, amazing human being. ਯਾ ਮਤਲਬ ਮੈਂ ਕਈ ਸਾਲ ਹੋ ਗਏ ਨਾ ਕੰਟੈਕਟ ਚ ਨਹੀਂ ਹੈਗਾ, ਬਟ ਅੱਜ ਜਦੋਂ ਦੇਖਣਗੇ ਸੁਣਨਗੇ I love him till now, I respect him till now, because ਉਹ ਜੋ ਉਹਨਾਂ ਨੇ ਉਸ ਟਾਈਮ ਕੀਤਾ ਨਾ, ਮੈਨੂੰ ਨਹੀਂ ਪਤਾ ਕਿ ਸ਼ਾਇਦ ਕੋਈ ਹੋਰ ਇੱਕ ਕਰ ਪਾਉਂਦਾ ਕਿ ਨਹੀਂ ਕਰ ਪਾਉਂਦਾ. ਦਿੱਲੀ 'ਚ ਅਸੀਂ ਸ਼ੂਟ ਕਰਨਾ ਸੀਗਾ. I met him through some reference. ਉਹਨਾਂ ਨੇ ਕਿਹਾ ਕਰਾਂਗੇ ਆਪਾਂ ਕਿਸੇ ਦਿਨ ਕੋਈ ਗਾਣਾ ਕਰਾਂਗੇ ਆਪਾਂ, we'll do something, right? ਉਹਨਾਂ ਦੇ ਨਾਲ ਕੰਮ ਲੈਣਾ ਕਿੰਨਾ ਔਖਾ ਸੀਗਾ ਆਰ ਸਵਾਮੀ ਜੀ ਦੇ ਨਾਲ. It was difficult. It was like a lot of guys' dreams. Dreams, ਕਿ yeah. ਯਾਰ ਆਰ ਸਵਾਮੀ ਜੀ ਦੀ ਵੀਡੀਓ 'ਚ ਆਉਣਾ ਹੈਗਾ. Even singer we they were waiting for long, ਵੀ ਉਹ ਵੀਡੀਓ ਸਾਡਾ ਕਦੋਂ ਕਿੱਦਾਂ ਹੈ ਨਾ, they were waiting for long for that. Yeah. And then he called me, ਕਹਿੰਦੇ ਗੌਰਵ ਗਾਣਾ ਸ਼ੂਟ ਕਰਨਾ ਹੈਗਾ, ਕੋਈ ਵੀ ਨਹੀਂ ਗਾਣਾ ਹੈਗਾ, ਗਾਣਾ ਭੇਜਤਾ, ਪ੍ਰੈਕਟਿਸ ਕਰ ਲੈ, ਰਿਹਰਸ ਕਰ ਲੈ, and we'll shoot it in Delhi. ਮੈਂ ਕਿਹਾ ਓਕੇ ਫਾਈਨ, ਠੀਕ ਹੈ, ਡਨ ਹੈ ਜੀ. ਤੇ ਮੈਂ ਨਿਕਲਿਆ ਆਪਣਾ ਤਿਆਰ ਹੋ ਕੇ ਦਿੱਲੀ ਪਹੁੰਚ ਗਏ ਆਪਾਂ. ਉੱਥੇ ਤੇ ਸਮ ਪਲੇਸ ਸੁੰਦਰ ਕੁੰਡ ਸਮਥਿੰਗ ਸਮ ਏਰੀਆ ਉੱਥੇ ਸੀਗਾ, ਐਂਡ ਸੈਟ ਸ਼ੂਟ ਲਾ ਰੱਖਿਆ ਪੂਰਾ ਪ੍ਰੋਡਕਸ਼ਨ. ਐਂਡ ਯੂ ਨੋ ਇੰਡੀਆ ਦੇ ਵਿੱਚ 뮤직 ਵੀਡੀਓ ਸ਼ੂਟ ਕਰਨਾ ਕਿੰਨਾ ਜਨਤਾ ਹੁੰਦੀ ਹੈ. I know. 50-60 ਜਨਤਾ ਉੱਥੇ, 50-60 ਬੰਦੇ ਖੜੇ ਨੇ. ਇੱਥੇ ਆਪਾਂ ਜੇ ਕੈਨੇਡਾ ਸ਼ੂਟ ਕਰਨਾ ਭਾਈ ਸਾਹਿਬ, ਇੱਥੇ ਸਾਰਾ ਕੁਝ ਆਪ ਕਰਨਾ ਪੈਂਦਾ ਹੈ. ਨਜ਼ਾਰੇ ਬਹੁਤ ਸੋਹਣੇ ਨੇ, ਨਜ਼ਾਰੇ ਦੇ ਪਿੱਛੇ ਪੇਨ ਬਹੁਤ ਜ਼ਿਆਦਾ ਆਏਗੀ ਹੈ. Spot boy ਤੋਂ ਲੈ ਕੇ ਸਾਰੇ ਦੇਖੋ ਡਾਇਰੈਕਟਰ, ਵੀਡੀਓਗ੍ਰਾਫਰ ਅਵਲ ਤਾਂ ਕਈ ਵਾਰ ਤਾਂ ਸੇਮ ਹੀ ਹੁੰਦੇ ਆ ਸਾਡੇ ਇੱਥੇ, ਆਪ ਹੀ ਹੈਂਡਲ ਕਰ ਰਹੇ ਹੁੰਦੇ. ਜੇ ਬਾਈ ਚਾਂਸ ਇਫ ਯੂ ਨੋ ਦੇ ਹੈਵ ਦ ਬਜਟ, ਡਾਇਰੈਕਟਰ ਹੈਜ਼ ਦ ਬਜਟ, ਦੇ ਹੈਵ ਅ ਸਿਨੇਮੈਟੋਗ੍ਰਾਫਰ ਵਿਦ them, but then you have to carry everything all. ਆਪਾਂ ਮਾਡਲ ਜਦੋਂ ਆਪਾਂ ਗਾਣਾ ਕੀਤਾ, ਆਪਾਂ ਨੇ ਕੀਤਾ ਸੀ, ਕਿਵੇਂ ਆਪਾਂ ਚੱਕ ਕੇ ਸਮਾਨ ਤੁਰ ਰਹੇ ਸੀ, ਉਹਨੇ ਹੈਲਪ ਕਰਾ ਰਹੇ ਸੀਗੇ. ਲਾਈਟਾਂ ਆਪਾਂ ਚੱਕੀਆਂ ਹੋਈਆਂ, ਆਪਾਂ ਚੱਕਿਆ ਹੋਇਆ. ਸੀ ਦੈਟਸ ਵਾਟ ਇਟ ਇਜ਼. ਹਰ ਜਗ੍ਹਾ ਦੀ ਆਪਦੀ ਚੀਜ਼ ਹੈਗੀ ਹੈ. ਬਿਊਟੀ ਬਹੁਤ ਹੈ, ਸੋਹਣਾ ਬਹੁਤ ਕੁਝ ਹੈ, ਬੜੀ ਚੀਜ਼ਾਂ ਹੈਗੀਆਂ, ਬਟ then you have to do all these things together. Going back to that place now, ਗਾਣੇ ਦੀ ਸ਼ੂਟ, ਆਰ ਸਵਾਮੀ ਜੀ ਨੂੰ ਪ੍ਰੋਡਕਸ਼ਨ ਪਸੰਦ ਨਹੀਂ ਆਈ. Okay. ਕਹਿੰਦੇ ਸ਼ੂਟ ਕੈਂਸਲ, ਜੋ ਖਰਚਾ ਹੋਇਆ ਕਹਿੰਦਾ ਮੈਂ ਦਊਂਗਾ. Okay. ਇੰਨਾ ਦਿਲਦਾਰ ਬੰਦਾ, ਇੰਨਾ brave ਬਣੇ. He was very brave man. he ਕਹਿੰਦਾ ਮੈਂ I'll do it. So you can say that he's passionate for his work. He is extremely. Satisfaction नहीं मिली, then he was like I won't go it. ਉਹਨਾਂ ਨੇ ਕਿਹਾ, ਕਹਿੰਦਾ ਗੌਰਵ ਗਾਣਾ ਤੂੰ ਹੀ ਕਰੇਗਾ, ਡੋਂਟ ਵਰੀ. ਮੇਰਾ ਵੀ ਤਾਂ ਮੂਵੀ ਸ਼ੂਟ ਆ ਗਿਆ, ਮੈਂ ਗਾਣਾ ਕਿਸ ਚਲਾ ਗਿਆ. ਬਟ ਉਹ ਕਹਿੰਦੇ ਤੂੰ ਹੀ ਕਰੇਗਾ, ਡੋਂਟ ਵਰੀ, I'll call you, I'll tell you when we are going to do the shoot. Most likely we'll do it in Bombay. Okay. खुश, मैं कहा मुंबई, आमची मुंबई बिड़ो. मैं कहा ठीक है सर, नो प्रॉब्लम. आई वेटेड फॉर हिम, मैं वेट की थी बकायदा, कुछ टाइम लग गया. फिर उन्होंने कॉल किया, आया उन्होंने फोन, कहते गौरव वी शूटिंग दैट सॉन्ग and we're going to shoot it in Mumbai. Come. आना जाना रहना खाना पीना, everything he took care of me. I don't know अपने पल्ले में लाए होने शायद उन्होंने, क्योंकि इन्ना तो कितने बजट दिता होना उन्होंने. बजट नहीं है. But he's a guy, he's a man, amazing. घरे रखिया अपने. ਜਦੋਂ ਜਾਂਦੇ ਸੀ ਨਾ, ਕਿਉਂਕਿ ਸ਼ੂਟ ਤਾਂ ਇੱਕ ਦਿਨ ਹੈਗਾ, ਉਹਨਾਂ ਨੇ ਐਡਵਾਂਸ ਬੁਲਾ ਲਿਆ ਮੈਨੂੰ ਕਿ ਤਿਆਰੀ ਵੀ ਕਰਨੀ ਹੈਗੀ ਹੈ. ਸ਼ੂਟ ਤੋਂ ਬਾਅਦ ਵੀ ਕੁਝ ਦਿਨ ਰੱਖਿਆ ਆਪਣੇ ਕੋਲੇ. ਹੁਣ ਉਹ ਤਾਂ ਬਿਜ਼ੀ ਬੰਦੇ ਆ, ਮੈਂ ਵਿਹਲਾ ਸੀਗਾ, ਮੈਂ ਘਰੇ ਬੈਠੇ ਆ. ਕਹਿੰਦੇ ਚਲ ਮੈਂ ਜਾ ਰਿਹਾ ਹੈਗਾ ਤੇ ਇੱਕ ਕੰਮ ਕਰੀ, ਆ ਪਏ ਬਰੋਸ਼ਰ, ਆ ਪਏ ਪੈਸੇ, ਕਹਿੰਦੇ ਖਾਣਾ ਜਿੱਥੋਂ ਮੰਗਾਣਾਗਾ ਮੰਗਾ ਲਈ, ਆ ਰਹੇ ਪੈਸੇ. ਵਾਓ. That's what he used to do. And then I was like amazed. And then ਗਾਣਾ ਸ਼ੂਟ ਕੀਤਾ, ਬਕਾਇਦਾ ਸੈੱਟ ਬਣਵਾਇਆ ਗਿਆ ਉਸਦਾ, ਉਸ ਗਾਣੇ ਦਾ ਪੂਰਾ ਸੈੱਟ ਤਿਆਰ ਹੋਇਆ. And then amazingly that song was awarded as for the best choreography award. Bombay ਦੇ ਕੋਰੀਓਗ੍ਰਾਫਰ ਸੀਗੇ, ਮੁੰਬਈ ਦੇ ਕੋਰੀਓਗ੍ਰਾਫਰ ਸੀਗੇ, ਸਾਰੀ ਟੀਮ ਉੱਥੋਂ ਸੀਗੀ. And that song was given. ਗਾਣਾ ਹਿੱਟ ਵੀ ਬਹੁਤ ਹੋਇਆ. ਹਾਂ, ਉਹ ਪਤਾ ਨਹੀਂ ਬਾਈ ਗॉड ਕਮਾਲ ਹਿੱਟ ਹੋਇਆ. ਉਹ ਅੱਜ ਵੀ ਤੁਹਾਨੂੰ ਪਤਾ ਹੈ ਕਿ ਉਹ ਮੈਂ ਉਹਦੇ ਤੇ ਟ੍ਰੈਂਡਿੰਗ ਚ ਆ ਗਿਆ ਸੀ. ਟਿਕਟੌਕ ਵੀਡੀਓ ਵੀ ਬਣਾਇਆ ਸੀਗਾ ਤੇ ਉਹ ਕਾਫੀ ਟ੍ਰੈਂਡਿੰਗ ਚ ਚੱਲ ਰਿਹਾ ਹੈਗਾ ਰੀਸੈਂਟਲੀ ਵੀ. ਬਟ ਸੀ ਆਈ ਟੈਲ ਯੂ ਵਨ ਥਿੰਗ, ਵੀ ਐਕਟ ਰਾਈਟ, ਉਹ ਮਾਡਲ ਹੈਗੇ ਆ. ਸਾਨੂੰ ਇਹ ਪਤਾ ਹੈਗਾ ਕਿ ਇਹ ਜਿਹਾ ਜਦੋਂ ਹੁੰਦਾ ਸਾਨੂੰ ਮਾਈਲੇਜ ਘੱਟ ਮਿਲਦੀ ਹੈ, ਸਿੰਗਰ ਨੂੰ ਮਿਲਦੀ ਹੈ, ਐਂਡ ਇਟ ਇਜ਼ ਗੁੱਡ, ਯੂ ਨੋ, ਦੇ ਡਿਜ਼ਰਵ ਇਟ. ਮਿਹਨਤ ਲੱਗੀ ਹੋਈ ਹੈ 뮤직 ਡਾਇਰੈਕਟਰ ਦੀ, ਸਿੰਗਰ ਦੀ, ਯੂ ਨੋ, ਸਭ ਤੋਂ ਜ਼ਿਆਦਾ ਕੰਮ ਤੇ ਮਿਹਨਤ ਉਹਨਾਂ ਦੀ ਲੱਗਦੀ ਹੈਗੀ ਹੈ. ਵੀ ਗੋ ਐਂਡ ਐਕਟ, ਯੈਸ ਥੋੜਾ ਬਹੁਤ ਸਾਨੂੰ ਵੀ ਥੋੜਾ ਮਿਲ ਜਾਵੇ, ਯੂ ਨੋ, ਪਿਆਰ ਹੀ ਚਾਹੀਦਾ ਯਾਰ, ਹੋਰ ਕੀ, ਦੈਟਸ ਇਟ, ਰਾਈਟ. ਪਰ ਕਹਿੰਦੇ ਹੁੰਦੇ ਨੇ ਵੀ ਟੀਮ ਇਕੱਠੀ ਹੋਵੇ ਤਾਂ ਹੀ ਸੋਹਣਾ ਨਿਖਰ ਕੇ ਆਉਂਦਾ ਹੈਗਾ, ਇੱਕ ਇੱਕ ਚੀਜ਼ ਨਾਲ ਤਾਂ ਨਹੀਂ ਹੁੰਦਾ. ਅੱਛਾ, ਜਿਹੜਾ ਇਹ ਸਾਰੀ ਜਰਨੀ ਆਪਾਂ ਸੁਣੀ ਹੈ ਨਾ, ਤੁਸੀਂ ਵੈਬ ਐਂਕਰਿੰਗ ਦਾ ਹੋ ਗਿਆ, ਮਾਡਲਿੰਗ ਦਾ ਵੀ ਹੋ ਗਿਆ, ਰੀਸੈਂਟਲੀ ਤੁਹਾਡੀ ਫਿਲਮ ਵੀ ਆਈ, PR ਫਿਲਮ ਦੇ ਵਿੱਚ ਵੀ ਸੀਗੇ ਤੁਸੀਂ, ਹੈ ਨਾ, ਵੈਬ ਸੀਰੀਜ਼ ਵੀ ਕੀਤੀਆਂ ਆ, ਰਾਈਟ. ਸੋ
ਕੁਝ ਡਿਫਰੈਂਟ ਐਕਸਪੀਰੀਅੰਸ ਰਿਹਾ ਫਿਲਮਾਂ ਦਾ, ਵੈਬ ਸੀਰੀਜ਼ ਦਾ, ਦੈਨ ਜਿਹੜਾ ਐਂਕਰਿੰਗ ਦਾ, ਮਾਡਲਿੰਗ ਦਾ? ਬਿਕਾਜ਼ ਹੁਣ ਤੱਕ ਜਿੰਨਾ ਮੈਂ ਸੁਣਿਆ ਇੰਟਰਸਟਿੰਗ ਤੇ ਇੰਜੋਏਬਲ ਦਿਖਿਆ। ਸੋ ਆਈ ਟੈਲ ਯੂ, ਜਦੋਂ ਐਜ਼ ਅ ਬਿਕਾਜ਼ ਜਦੋਂ ਮੈਂ ਐਂਕਰਿੰਗ ਕਰ ਰਿਹਾ ਸੀ ਨਾ, ਮੇਜਰਲੀ ਇਟ ਵਾਸ ਫॉर ਕਾਰਪੋਰੇਟ ਕੰਪਨੀਜ਼। ਵੱਡੀ ਇਵੈਂਟ ਕੰਪਨੀਜ਼ ਹੁੰਦੀਆਂ ਸੀਗੀਆਂ, ਪਿੱਛੇ ਕਾਰਪੋਰੇਟ ਸਪਾਂਸਰਸ ਹੁੰਦੇ ਸੀਗੇ। ਸੋ ਉਹਦੇ ਵਿੱਚ ਪੈਸੇ ਨੂੰ ਲੈ ਕੇ, ਰਹਿਣ ਖਾਣ ਪੀਣ ਨੂੰ ਲੈ ਕੇ, ਰਿਸਪੈਕਟ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਆਈ ਸੀ ਕਦੀ, ਨੈਵਰ ਐਵਰ। ਰਾਈਟ, ਈਵਨ ਫਰੋਮ ਅ ਸਮਾਲ ਟਾਈਮ ਐਂਕਰ ਜਦੋਂ ਮੈਂ ਸੀਗਾ, ਉਸ ਵੇਲੇ ਤੋਂ ਲੈ ਕੇ ਜਦ ਤੱਕ ਮੈਂ ਵੱਡੇ ਪ੍ਰੋਗਰਾਮ ਕੀਤੇ ਨੇ, ਕਦੀ ਉਸ ਚੀਜ਼ ਨੂੰ ਲੈ ਕੇ ਸ਼ਿਕਾਇਤ ਨਹੀਂ ਹੈਗੀ ਹੈ। ਆਲ ਦ ਇਵੈਂਟ ਕੰਪਨੀ ਨਾਲ ਕੰਮ ਕੀਤਾ, ਕਦੀ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਰਹੀ। ਪੈਸੇ ਨੂੰ ਲੈ ਕੇ ਕਦੀ ਕੋਈ ਦਿੱਕਤ ਨਹੀਂ ਹੋਈ, ਠੀਕ ਹੈ ਨਾ। ਤੇ ਐਂਡ ਦੈਨ ਬਿਕਾਜ਼ ਯੂ ਡੂਇੰਗ ਕਾਰਪੋਰੇਟ ਸ਼ੋਜ਼, ਯੂ ਸਿਟਿੰਗ ਵਿਦ ਬਿਗ ਰੀਜਨਲ ਹੈਡਸ ਕੰਪਨੀ ਦੇ, ਬਿਗ country heads company, the CEOs of the company, owners, you're sitting with them and it's very respectful, ਬਹੁਤ ਹੀ dignified way ਦੇ ਨਾਲ ਉਹ ਕੰਮ ਸੀਗਾ। ਪਰ ਜਦੋਂ ਆਪਾਂ ਆ ਜਾਂਦੇ ਆ, ਸਪੈਸ਼ਲੀ ਕਮਿੰਗ ਟੂ ਪੰਜਾਬੀ ਮੀਡੀਆ, ਫਿਲਮ ਇੰਡਸਟਰੀ ਔਰ ਸੌਂਗ ਇੰਡਸਟਰੀ ਜੋ ਵੀ ਸਾਡੀ ਹੈਗੀ ਹੈ, ਰਾਈਟ, ਇਹਦੇ ਵਿੱਚ ਦਿੱਕਤ ਰਹੀ ਹੈ ਨਾ ਸ਼ੁਰੂ ਤੋਂ। You know, I know, we all know that. And you know what the thing is this, imagine ਸਾਡੇ ਪੰਜਾਬੀ ਗਾਣੇ ਜਿਹੜੇ ਹੈਗੇ ਨੇ, ਸੋਚ ਕੇ ਦੇਖਿਓ, ਸਾਡੇ ਪੰਜਾਬੀ ਗਾਣੇ ਵਰਲਡ ਇੰਟਰਨੈਸ਼ਨਲ ਚਾਰਟ ਬਸਟਰਸ ਤੇ ਪਹੁੰਚ ਰਹੇ ਹੈ। ਯੈਸ, ਸਾਡੀ ਫਿਲਮਾਂ ਕਿਉਂ ਨਹੀਂ ਉੱਪਰ ਪਹੁੰਚ ਰਹੀਆਂ? ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਹੈ? ਬੇਈਮਾਨੀ ਹੈ। ਜਿਹੜੇ ਲੋਕ ਕੰਮ ਕਰ ਰਹੇ ਇੰਡਸਟਰੀ ਦੇ ਵਿੱਚ, ਜਿਹੜੇ ਵਿੱਚ ਕੁਝ ਇਹੋ ਜਿਹੇ ਲੋਕ ਨੇ, ਉਹਨਾਂ ਦੀ ਬੇਈਮਾਨੀ ਹੈ, ਮਾੜੀ ਨੀਅਤ ਆ। ਉਹ ਮਾੜੀ ਨੀਅਤ ਕਿਸੇ ਚੀਜ਼ ਨੂੰ ਲੈ ਕੇ ਵੀ ਹੋ ਸਕਦੀ ਹੈਗੀ ਹੈ, ਫॉर ਐਨੀ ਵੇ, ਕਿਸੇ ਵੀ ਚੀਜ਼ ਨੂੰ ਲੈ ਕੇ ਉਹ ਮਾੜੀ ਨੀਅਤ ਹੈ, ਉਹ ਹੈਗੀ ਹੈ। ਐਂਡ ਦੈਟਸ ਵਾਈ, ਕਿਉਂਕਿ ਦੇਖੋ ਮੈਂ ਰੱਬ ਤੇ ਉੱਪਰ ਤੇ ਯੂਨੀਵਰਸ ਤੇ ਬਹੁਤ ਵਿਸ਼ਵਾਸ ਕਰਦਾ, ਤੇ ਮੈਨੂੰ ਲੱਗਦਾ ਕਿ ਜਦੋਂ ਬਹੁਤ ਚੰਗੇ ਤਰੀਕੇ ਨਾਲ ਟੀਮ ਤਿਆਰ ਹੁੰਦੀ ਹੈ, ਬਣਦੀ ਹੈ, ਕਰਦੀ ਹੈ, ਕੁਝ ਬਹੁਤ ਕੁਝ ਮੈਟਰ ਕਰਦਾ ਹੈਗਾ। ਦਿਸ ਇਜ਼ ਵਾਟ ਆਈ ਬਿਲੀਵ। ਬਾਕੀ ਦੇਖੋ ਪ੍ਰੈਕਟੀਕਲੀ ਚੀਜ਼ਾਂ ਹੋਰ ਡਿਫਰੈਂਟ ਹੁੰਦੀਆਂ। ਮੈਂ ਇਮੋਸ਼ਨਲ ਬੰਦਾ ਹੈਗਾ, ਮੈਨੂੰ ਇਹ ਲੱਗਦਾ ਹੈਗਾ ਕਿ ਬਿਕਾਜ਼ ਤੁਸੀਂ ਆਪ ਸੋਚੋ ਨਾ ਯਾਰ, ਕਿ ਇੰਨਾ ਟੈਲੈਂਟ ਹੈਗਾ, ਗਾਣਿਆਂ ਦੀ ਵੀਡੀਓਜ਼ ਦੇਖ ਲਓ, ਕਿਆ ਕੁਆਲਿਟੀ ਹੈ। क्या फिल्मां दी क्वालिटी निकल के आ रही है? क्यों नहीं आ रही? फिर प्रोड्यूसर्स रिपीट नहीं होंगे किन्ने बार, उन्होंने पैसे डुब जाते हैं, क्यों हो रहा हैगा? नਵੇਂ ਆਰਟਿਸਟ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਟੀਮ ਚ ਐਡ ਹੋਣ। ਕੋਈ ਦੁਸ਼ਮਣੀ ਨਹੀਂ ਹੈਗੀ, ਬਿਕਾਜ਼ ਦੇਖੋ ਉਹੀ ਸਿੰਗਰਸ ਨੂੰ ਸੁਣ ਕੇ ਤਾਂ ਆਪਾਂ ਵੱਡੇ ਹੋਏ, ਆਪਾਂ ਨਿਖਰੇ, ਆਪਾਂ ਖਿਲੇ ਆ। ਦੇਖੋ ਆਪਾਂ ਪਹਿਲਾਂ ਪੰਜਾਬੀ ਫਿਲਮਾਂ ਤਾਂ ਨਹੀਂ ਆਪਾਂ ਦੇਖਦੇ ਸੀ ਨਾ, ਪੰਜਾਬੀ ਫਿਲਮਾਂ ਤਾਂ ਇਹ 2010-11 ਤੋਂ ਬਾਅਦ ਆਪਾਂ ਦੇਖਣੀਆਂ ਸ਼ੁਰੂ ਕੀਤੀਆਂ ਪ੍ਰੋਪਰ ਤਰੀਕੇ ਨਾਲ, ਜਦੋਂ ਰਿਵਾਈਵ ਹੋਈਆਂ। ਯਾਰਨ ਮੁੱਲੇ ਆਈ ਸੀਗੀ, ਉਹਦਾ ਵੀ ਹੈਗਾ ਕੁਛ ਸਿਲਸਿਲਾ, ਸੁਣਾਵਾਂਗੇ ਬਾਅਦ ਚ। ਬਟ ਸੋ ਉੱਥੋਂ ਤੋਂ ਸ਼ੁਰੂ ਕੀਤਾ ਹੈਗਾ। ਸੋ ਪਹਿਲਾਂ ਤਾਂ ਗਾਣੇ ਹੀ ਸੁਣ ਰਹੇ ਸੀਗੇ, ਉਸ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਜਿਹੜਾ ਇੰਪੈਕਟ ਹੈ ਸਾਡੇ ਉੱਤੇ, ਸਾਡੀ ਪਰਸਨੈਲਿਟੀਜ਼ ਦੇ ਉੱਤੇ, ਆਪਾਂ ਜਿਹੜਾ ਸਿੱਖ ਰਹੇ ਗਾਣਿਆਂ ਦਾ ਹੈਗਾ। ਵੀ ਰਿਸਪੈਕਟ ਆਲ ਆਰ ਸਿੰਗਰਸ, ਆਪਾਂ ਬਹੁਤ ਰਿਸਪੈਕਟ ਕਰਦੇ ਆ ਉਹਨਾਂ ਦੀ, ਆਪਾਂ ਸੁਣਨਾ ਚਾਹੁੰਦੇ ਆ, ਸੁਣਦੇ ਆ। ਬਟ ਨਾਓ ਹੇਅਰ ਕਮਸ ਦ ਜੌਬ ਆਫ ਦ ਫਿਲਮ ਮੇਕਰਸ ਐਂਡ ਪ੍ਰੋਡਿਊਸਰਸ ਐਂਡ ਡਾਇਰੈਕਟਰਸ ਕਿ ਬਈ ਤੁਸੀਂ ਉਹਨਾਂ ਨੂੰ ਲਓ ਫਿਲਮ ਦੇ ਵਿੱਚ ਐਜ਼ ਲੀਡ। ਬਟ ਵਾਟ ਅਬਾਊਟ ਅਦਰਸ? ਇੰਨੇ ਸਾਰੇ ਜਿਹੜੇ ਹੋਰ ਆਰਟਿਸਟ, ਐਕਟਰਸ, ਟੈਲੈਂਟ ਬੈਠਿਆ ਹੋਇਆ, ਕਿਉਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ? ਇੰਨੀ ਜਿਹੀ ਇੰਡਸਟਰੀ ਹੈ, ਉਹਦੇ ਵਿੱਚ ਵੀ ਆਪਾਂ ਲੌਬੀਜ਼ ਸੈੱਟ ਕੀਤੀਆਂ ਹੋਈਆਂ, ਉਹਦੇ ਵਿੱਚ ਵੀ ਆਪਾਂ ਇੰਨੀ ਪਾਰਸ਼ੈਲਿਟੀ ਕਰ ਰਹੇ ਹਾਂ, ਆਪਾਂ ਘੁਸਣ ਨਹੀਂ ਦੇ ਰਹੇ। ਮੇਕ ਇਟ ਓਪਨ ਫॉर ਐਵਰੀਬਾਡੀ, ਆਡੀਸ਼ਨ ਲਓ, ਸਕਰੀਨ ਟੈਸਟ ਲਓ, ਦੋ ਨਾ ਕੰਮ। ਯੈਸ, ਪੈਸੇ ਦੋ ਨਾ ਉਹਨਾਂ ਨੂੰ, ਕਿਉਂ ਨਹੀਂ ਦੇਣੇ ਹੈਗੇ ਨੇ? ਮਿਹਨਤਾਨਾ ਦੋ ਥੋੜਾ ਜਿਹਾ, ਜਿਹੜਾ ਦੇ ਸਕਦੇ ਆ ਐਜ਼ ਅ ਬਿਗਨਰ ਆਲਸੋ, ਕਿਉਂ ਨਹੀਂ? ਮੁੰਬਈ ਦੇ ਵਿੱਚ ਤਦੀ ਤਾਂ ਕਿੰਨੇ ਯਾਰ ਕਈ ਨਵੇਂ ਚਿਹਰੇ ਨਿਕਲ ਕੇ ਆਉਂਦੇ ਨੇ, ਕਿੰਨਾ ਕੁਛ ਆਉਂਦਾ ਹੈ। ਦੇਖੋ ਪੰਜਾਬੀ ਇੰਡਸਟਰੀ ਚ ਕਿਉਂ ਨਹੀਂ ਆ ਰਿਹਾ ਹੈਗਾ? ਈਵਨ ਜੂਨੀਅਰ ਆਰਟਿਸਟ ਤੋਂ ਲੈ ਕੇ ਛੋਟੇ ਰੋਲ ਵਾਲੇ ਵੀ ਲੈ ਕੇ, ਜਿਹੜੇ ਛੋਟੇ ਰੋਲ ਵੀ ਨੇ ਉਹ ਵੀ ਰਿਪੀਟ ਤੇ ਹੀ ਨੇ। ਜਿਵੇਂ ਇੱਕ ਲੱਗਦਾ ਵੀ ਏਦਾਂ ਰਿਪੀਟ ਤੇ ਲੱਗ ਗਿਆ ਬਸ। ਜਨਤਾ ਡਿਮਾਂਡ ਕਰ ਰਹੀ ਹੈ, ਤਾਂ ਹੀ ਫਿਲਮਾਂ ਹਿੱਟ ਨਹੀਂ ਹੋ ਰਹੀਆਂ। ਗਿਣੀ ਚੁਣੀ ਫਿਲਮਾਂ ਹਿੱਟ ਹੋ ਰਹੀਆਂ, ਸਿਰਫ ਕੁਝ ਵੱਡੇ ਨਾਮ ਨੇ ਜਿਨ੍ਹਾਂ ਦੀ ਫਿਲਮਾਂ ਜਾ ਰਹੀਆਂ, ਹਿੱਟ ਜਾ ਰਹੀਆਂ, ਜਿਨ੍ਹਾਂ ਦੀ ਪੈਸੇ ਰਿਕਵਰੀ ਹੋ ਰਹੀ ਹੋਣੀ ਸ਼ਾਇਦ, ਲੇਕਿਨ ਮੈਜੋਰਿਟੀ ਆਫ ਕੋਈ ਰਿਕਵਰੀ ਨਹੀਂ ਹੈਗੀ। ਬਟ ਫਿਰ ਵੀ ਆਪਾਂ ਉਹ ਟ੍ਰੈਂਡ ਕਿਉਂ ਨਹੀਂ ਛੱਡ ਰਹੇ? ਵਾਏ? ਅੱਛਾ, ਇੱਕ ਹੋਰ ਚੀਜ਼, ਮੇਰੇ ਤੋਂ ਕੋਈ ਆਡੀਸ਼ਨ ਮੰਗਦਾ, ਕੋਈ ਸਕਰੀਨ ਟੈਸਟ ਮੰਗਦਾ, ਕੋਈ ਡਾਲਾ ਮੇਰੇ ਤੋਂ ਬੁਲਵਾ ਕੇ ਪੁੱਛਦਾ ਹੈਗਾ ਤੇ ਕਹਿੰਦਾ ਵੀ ਤੂੰ ਗੌਰਵ ਥੋੜਾ ਜਿਹਾ ਸ਼ਹਿਰੀ ਪੰਜਾਬੀ ਲਾਦਾ, ਤੂੰ ਅਰਬਨ ਪੰਜਾਬੀ ਹੈ। ਪੰਜਾਬ ਸਾਰਾ ਨਿਊਜ਼ੀਲੈਂਡ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੁਰਿਆ ਫਿਰਦਾ ਹੈਗਾ, ਉਹ ਅਰਬਨ ਬਣਨ ਨੂੰ ਫਿਰ ਰਹੇ ਹੈਗੇ ਨੇ, ਤੇ ਤੁਹਾਨੂੰ ਹੀਰੋ ਜਾਂ ਇੱਕ ਸੈਕਿੰਡ ਲੀਡ ਤੁਹਾਨੂੰ ਕਿਉਂ ਸਿਰਫ ਦੇਸੀ ਪੰਜਾਬੀ ਹੀ ਚਾਹੀਦਾ ਹੈਗਾ? ਮੈਂ ਇੰਨਾ ਪ੍ਰੋਗਰਾਮ, ਮੈਂ ਟੈਲੀਵਿਜ਼ਨ ਸ਼ੋਜ਼ ਕੀਤੇ। ਦੇ ਮੁੰਡੇ, ਜੱਟਾਂ ਦੇ ਮੁੰਡੇ ਨੇ ਜਿਹੜੇ ਮੁੰਬਈ ਰਹਿੰਦੇ ਨੇ, ਹੋਰ ਜਗ੍ਹਾ ਤੇ ਜਾ ਕੇ ਰਹਿੰਦੇ ਨੇ, ਦੇ ਆਰ ਅਰਬਨਾਈਜ਼ਡ। ਜੇ ਇਦਾਂ ਹੀ ਦੇਖਿਆ ਜਾਵੇ, ਹਿੰਦੀ ਲੋਕ ਤਾਂ ਧਰਮਿੰਦਰ ਜੀ ਹੋਣੀ ਵੀ ਤਾਂ ਪੰਜਾਬ ਤੋਂ ਹੀ ਸੀਗੇ, ਸਨੀ ਦਿਓਲ ਹੋਣੀ ਸਾਰੇ, ਅੱਧੀ ਬਾਲੀਵੁੱਡ ਇੰਡਸਟਰੀ ਸਾਰੀ ਪੰਜਾਬ ਤੋਂ। ਸਾਡੇ ਨਾਰਥ ਪੰਜਾਬੀਆਂ ਨੇ ਰੂਲ ਕੀਤੀ ਇੰਡਸਟਰੀ ਸਾਰੀ, ਮੋਸਟਲੀ, ਮੇਜਰਲੀ।
ਤੇ ਜੇ ਆਪਾਂ ਪੰਜਾਬੀ ਫਿਲਮਾਂ ਦੇ ਵਿੱਚ ਸਿਰਫ ਤੇ ਸਿਰਫ ਕਿਉਂ ਆਪਾਂ ਦੇਸੀ ਟੱਚ ਹੀ ਸਿਰਫ ਕਿਉਂ ਦਿਖਾਉਣਾ ਚਾਹੁੰਦਾ, ਯੈਸ ਆਪਣਾ ਕਲਚਰ ਦਿਖਾਓ, ਰੂਟਸ ਦਿਖਾਓ, ਬਟ ਐਟ ਦ ਸੇਮ ਟਾਈਮ ਵੀ ਹੈਵ ਟੂ ਅੰਡਰਸਟੈਂਡ ਆਰ ਪੰਜਾਬ ਤੋਂ ਜ਼ਿਆਦਾ ਪੰਜਾਬੀ ਆਊਟ ਆਫ ਪੰਜਾਬ ਨੇ, ਆਊਟ ਆਫ ਦੇਸ਼ ਨੇ, ਉਹਨਾਂ ਨੂੰ ਕੇਟਰ ਕਰਨਾ ਕਿ ਨਹੀਂ ਕਰਨਾ। ਸੋ ਤਾਂ ਹੀ ਕਰਕੇ ਤੁਸੀਂ ਦੇਖੋਗੇ ਕਿ ਜਿਹੜੇ ਸਾਡੇ ਦਿਲਜੀਤ ਭਾਜੀ, ਗਿੱਪੀ ਭਾਜੀ, ਅਮਰਿੰਦਰ ਭਾਜੀ, ਇਹਨਾਂ ਦੇ ਇਹ ਦੇ ਰਹੇ ਆ ਨਾ ਫਲੇਵਰ, ਥੋੜਾ ਥੋੜਾ ਬਾਹਰ ਦਾ ਕਰ ਰਹੇ ਆ, ਚੀਜ਼ਾਂ ਕਰ ਰਹੇ ਆ, ਤਾਂ ਕਰਕੇ ਕਿਤੇ ਨਾ ਕੁਝ ਚੀਜ਼ਾਂ ਬਣ ਰਹੀਆਂ, ਵਧੀਆ ਲੱਗ ਰਿਹਾ ਸਿਸਟਮ ਜਾ। ਸੋ ਇਸ ਕਰਕੇ we should think about that also. OTT platform ਇੰਨੇ ਬਣ ਗਏ ਨੇ, ਹੁਣ ਤਾਂ ਵੈਬ ਸੀਰੀਜ਼ ਆ ਰਹੀਆਂ ਪੰਜਾਬੀਆਂ। We need to bring that quality in. And I know personally lot of amazing creative writers and directors. ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਕ੍ਰੀਏਟੀਵਿਟੀ ਹੈ ਨਹੀਂ, ਸਿਫਾਰਿਸ਼ ਚੱਲ ਰਹੀ ਹੈ ਜਿੱਥੇ ਤੱਕ ਮੈਂ ਸੋਚਦੀ ਹਾਂ। There are amazing writers and creative directors who are superbly knowledgeable. 2-2 3-3 ਯੂਨੀਵਰਸਿਟੀਆਂ 'ਚ ਪੜ੍ਹੇ ਹੋਏ ਨੇ, ਐਕਸਪੀਰੀਅੰਸ ਲਿੱਤਾ ਹੋਇਆ, ਕੰਮ ਕੀਤਾ ਹੋਇਆ, ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹੈਗਾ। They want to work with new people because ਨਵੇਂ ਲੋਕਾਂ ਦੇ ਨਾਲ ਬਜਟ ਘੱਟ ਰਹੇਗਾ। ਕਿ ਪੰਜਾਬੀ ਫਿਲਮ ਇੰਡਸਟਰੀ ਦੇਖੋ ਨਾ, ਇੱਕ ਤਾਂ ਸਭ ਤੋਂ ਵੱਡੀ ਹੈ ਕਿ ਸਾਡੀ ਬੜੀ ਲਿਮਿਟਡ ਹੈ ਨਾ। ਹਿੰਦੀ ਨੂੰ ਹਰ ਰੀਜਨਲ ਵਾਲਾ ਦੇਖੇਗਾ, ਸਾਊਥ ਨੇ ਇਹੋ ਜਿਹਾ ਮਕਾਮ ਹਾਸਿਲ ਕਰ ਲਿਆ ਕਿ ਹੁਣ ਉਹਨੂੰ ਹਰ ਰੀਜਨ ਵਾਲਾ ਦੇਖ ਰਿਹਾ ਹੈਗਾ। ਯੈਸ, ਪੰਜਾਬੀ ਨੂੰ ਹਜੇ ਉਹ ਮੁਕਾਮ ਨਹੀਂ ਹਾਸਿਲ ਹੋ ਰਿਹਾ ਹੈਗਾ। ਸੋ ਉਹ ਹਾਸਿਲ ਕਰਨ ਲਈ ਇੱਕ ਤਾਂ ਕੰਮ ਉਸ ਤਰੀਕੇ ਦਾ ਕਰਨਾ ਪੈਣਾ ਟੈਕਨੀਕਲੀ, ਐਂਡ ਵੀ ਹੈਵ ਟੂ ਬ੍ਰਿੰਗ ਨਿਊ ਪੀਪਲ ਇਨ। New people in, we can do something amazing, check us out bro. ਕਾਫੀ ਸ਼ਿਕਾਇਤਾਂ ਨੇ ਪੰਜਾਬੀ ਇੰਡਸਟਰੀ ਨਾਲ। ਨਹੀਂ ਯਾਰ, ਸ਼ਿਕਾਇਤਾਂ ਨਹੀਂ ਹੈਗੀਆਂ। ਦੇਖੋ ਪਤਾ ਕੀ ਹੈ, ਦੇਖੋ ਸ਼ਿਕਾਇਤਾਂ ਨਹੀਂ ਹੈਗੀਆਂ। ਸ਼ਿਕਾਇਤਾਂ ਨਾਲ ਆਪਾਂ ਨੈਗੇਟਿਵ ਹੋ ਜਾਾਂਗੇ। ਤੇ ਹੁਣ ਜੇ ਆਪਾਂ ਬਾਹਰ ਜਾ ਕੇ, ਮੈਂ ਹੁਣ ਐਂਕਰਿੰਗ ਕਰਨੀ ਹੈਗੀ, ਮੈਂ ਹੁਣ 31 ਦਾ ਸ਼ੋਅ ਕਰ ਰਿਹਾ ਸੀਗਾ, ਤੇ ਨਾਲੇ ਮੈਂ ਹੋਰ ਅੱਗੇ ਪ੍ਰੋਗਰਾਮ ਕਰਨੇ ਹੈਗੇ ਨੇ, ਮੈਂ ਜੇ ਇਸ ਤਰੀਕੇ ਮੈਂ ਨੈਗੇਟਿਵ ਨਹੀਂ ਹੋ ਸਕਦਾ ਹੈਗਾ। ਪਰਸਨਲ ਲਾਈਫ ਦੇ ਵਿੱਚ ਵੀ ਪਟਾਕੇ ਵੱਜੇ ਹੋਏ ਨਾ, ਕਿੱਥੇ ਨਹੀਂ ਵੱਜੇ ਹੁੰਦੇ। ਨੀਰੂ ਜੀ ਆਏ ਸੀ, ਉਹ ਵੀ ਕਹਿ ਕੇ ਗਏ ਸੀਗੇ ਨਾ, ਕਹਿ ਲਓ ਨਾ ਕਿ तेरा गम मेरा गम हर गम किसी से ना कम, ਰਾਈਟ। ਬਟ ਉਹ ਇਹ ਕਿ ਆਪਣੀ ਗਮ ਦੀ ਆਪਣੀ ਜੰਗ ਬਹੁਤ ਭਾਰੀ ਲੱਗ ਰਹੀ ਹੁੰਦੀ ਹੈ। ਸੋ ਆਪਾਂ ਲੜਾਂਗੇ, ਆਪਾਂ ਨਿਕਲਾਂਗੇ, ਉਹਦੇ ਵਿੱਚ ਪਰਸਨਲ ਜੰਗ ਵੀ ਚੱਲ ਰਹੀ ਹੁੰਦੀ ਹੈ, ਪ੍ਰੋਫੈਸ਼ਨਲ ਜੰਗ ਵੀ ਚੱਲ ਰਹੀ ਹੁੰਦੀ ਹੈ। ਸੋ ਇਸ ਕਰਕੇ ਲੇਕਿਨ ਨੈਗੇਟਿਵ ਨਹੀਂ ਹੋਣਾ, ਸਭ ਕੁਝ ਵਧੀਆ, ਬਾਬੇ ਦੀ ਮਿਹਰ, ਜੈ ਮਾਤਾ ਦੀ, ਲੈਟਸ ਰੌਕ। ਜ਼ਿੰਦਗੀ ਪਰਸਨਲ ਦੇ ਵਿੱਚ ਸੈਡਨੈਸ, ਉਤਾਰ ਚੜਾ ਚੱਲਦੇ ਬਹੁਤ ਜ਼ਿਆਦਾ। ਓਰੇ ਹੋਏ ਹੋਏ ਹੋਏ, ਓਕੇ, ਆਈ ਹੈਵਨਟ ਸੈਡ ਦੈਟ ਐਨੀਵੇਅਰ ਓਪਨਲੀ ਕਿਤੇ ਵੀ। ਇੱਕ ਇਹੋ ਜਿਹਾ ਦੌਰ ਸੀਗਾ ਕਿ ਮੈਨੂੰ ਲੱਗਦਾ ਸੀ ਕਿ ਮੈਂ ਗਿਆ, ਖਤਮ ਕਰ ਦੇਣਾ। But then, you know what? Universe. There was a point, ਮੈਨੂੰ ਸੀਗਾ, ਮੈਂ ਹਾਲਾਂਕਿ ਮੈਨੂੰ ਸੀ ਅੰਦਰੋਂ ਇਹ ਹੁੰਦਾ ਸੀ ਕਿ ਮੈਂ ਜੇ ਚਲਾ ਗਿਆ, ਮੇਰੀ ਮੰਮੀ ਦਾ ਕੌਣ ਸੰਭਾਲੂਗਾ, ਡੈਡੀ ਨੂੰ ਕੌਣ ਸੰਭੂਗਾ, ਇਹਦਾ ਜਿਹਦੇ ਜੀ ਮਰ ਜਾਣਗੇ। ਬਟ ਇੰਨਾ ਤੁਸੀਂ ਹੋ ਜਾਂਦੇ ਹੋ ਨਾ ਕਈ ਵਾਰ ਮਜਬੂਰ ਕਿ ਮਨ ਚ ਆਉਂਦਾ ਕਰ ਲਈਏ, but then you know what? ਨਹੀਂ, ਕਿਤੇ ਨਾ ਕਿਤੇ ਹੈਲਪ ਵੀ ਆਉਂਦੀ ਹੈਗੀ ਹੈ। ਹੈਲਪ ਆਉਂਦੀ ਦੋਸਤਾਂ ਦੇ ਰੂਪ ਚ, ਯਾਨੀ ਕਿ ਹਰ ਇੱਕ ਫਰੈਂਡ ਜ਼ਰੂਰੀ ਹੋਤਾ ਹੈ। ਯਾਰ ਦੋਸਤ ਬੜੇ ਜ਼ਰੂਰੀ ਹੈ, ਹੋਣੇ ਚਾਹੀਦੇ ਹੈ। ਸੋ ਯਾ ਦੈਨ few friends ਦੇਖੇ। ਇੱਕ ਚੀਜ਼ ਮੈਨੂੰ ਜਿਹੜੀ ਜਿੰਨੀ ਵੀ ਸੁਣੀ ਕਾਫੀ ਇੰਟਰਸਟਿੰਗ ਜੀ, ਲਿੰਕ ਵੀ ਕੀਤੇ ਬਾਲੀਵੁੱਡ ਚ ਵੀ ਪਹੁੰਚ, ਬੜੇ ਆਰਟਿਸਟਾਂ ਨਾਲ ਸ਼ੋਅ ਬੜੇ ਇੱਥੇ ਵੀ ਕਰਦੇ ਆ ਬਾਲੀਵੁੱਡ ਦੇ। ਕਿਉਂ ਗੌਰਵ ਸ਼ਾਹ ਇੰਨਾ ਪਿੱਛੇ ਰਹਿ ਗਿਆ ਜਾਂ ਇੰਨਾ ਸਾਹਮਣੇ ਨਿਕਲ ਕੇ ਨਹੀਂ ਆਇਆ? ਕਿਉਂ ਮਤਲਬ ਕੀ ਰੀਜ਼ਨ ਹੈ ਕਿ ਨਾ ਤਾਂ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਅੱਗੇ ਆ ਸਕੇ ਆ, ਜਾਂ ਮਤਲਬ ਮੇਰਾ ਕਹਿਣ ਦਾ ਵੀ ਕਿਉਂ ਇੰਨਾ ਸਾਹਮਣੇ ਕਿਉਂ ਨਹੀਂ, ਕਿਉਂ ਨਵੀਂ ਜਨਰੇਸ਼ਨ ਨੂੰ, ਨਵੇਂ ਬੱਚਿਆਂ ਨੂੰ ਗੌਰਵ ਸ਼ਾਹ ਦਾ ਨਹੀਂ ਪਤਾ ਹੈਗਾ? ਕਿਉਂਕਿ ਹਰ ਪਾਰਟੀ ਦੀ ਜਾਨ, ਹਰ ਬਾਲੀਵੁੱਡ ਦੇ ਸ਼ੋਜ਼ ਕੀਤੇ, ਹਰ ਪੰਜਾਬੀ ਸ਼ੋਜ਼ ਦੇ ਵਿੱਚ ਬੜੇ ਬੜੇ ਹਿੱਟ ਸ਼ੋਜ਼ ਵੀ ਦਿੱਤੇ ਹੈਗੇ ਨੇ, ਜਿੱਥੇ ਮਨੀਸ਼ ਪੌਲੋਨੀ ਬੜੇ ਨਾਂ ਹੈ, ਹਰ ਕੋਈ ਬੰਦਾ ਜਾਣਦਾ ਹੈ। ਪਰ ਮੇਰੀ ਨਜ਼ਰ ਦੇ ਵਿੱਚ ਪਰਸਨਲੀ, ਮੈਂ ਹੁਣ ਦੇਖੋ ਉਹਨਾਂ ਨੂੰ ਵੀ ਦੇਖਿਆ, ਤੁਹਾਨੂੰ ਵੀ ਦੇਖਿਆ ਹੈ ਨਾ। ਸੋ ਮੇਰੇ ਫੇਵਰਟ ਜੇ ਮੈਨੂੰ ਚੂਜ਼ ਕਰਨਾ ਪਏ, ਇਟ not just front of your face, I will probably go with you. Because the way you present yourself and go with me, the way you handle the shows, because मैं live देखे हैं तानू, है ना? I tell you one thing, see the thing is everybody सारे ਵਧੀਆ ਹੁੰਦੇ हैं, सब कुछ ਵਧੀਆ ਹੈਗਾ। and I एक और चीज, जावेद जाफरी साहब and शेखर सुमन साहब, they are my indirect gurus.
ਉਹਨਾਂ ਨੂੰ ਦੇਖ ਦੇਖ ਕੇ ਸਿੱਖੀਆਂ। ਸੋ ਐਨੀਬਡੀ ਹੂ ਇਜ਼ ਵਰਕਿੰਗ, ਆਪਣੀ ਵੀ ਤਕਦੀਰ ਹੈ, ਦੇਖੋ ਕਿਸਮਤ ਹੈ। ਸਾਡਾ ਟੈਲੈਂਟ ਆਪਦਾ ਹੈਗਾ, ਪਰ ਕਿਸਮਤ ਵੀ ਆਪਦੀ ਹੋਏਗੀ ਨਾ। ਫਿਰ ਮੈਂ ਇਹ ਲੋਕਾਂ ਦਾ ਕਸੂਰ ਨਹੀਂ ਕਹਿੰਦਾ, ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ। ਆਮ ਨਾਟ ਗੋਣਾ ਬਲੇਮ ਐਨੀਬਡੀ, ਨੋ। ਵਾਈ? ਜੇ ਮੈਂ ਰੱਬ 'ਚ ਬਿਲੀਵ ਕਰਦਾ, ਮੈਂ ਡੈਸਟਨੀ 'ਚ ਬਿਲੀਵ ਕਰਦਾ, ਮੇਰਾ ਕੋਈ ਹੱਕ ਨਹੀਂ ਬਣਦਾ ਮੈਂ ਕਿਸੇ ਨੂੰ ਬਲੇਮ ਕਰਾਂ। ਹਾਂ, ਇਹ ਜ਼ਰੂਰ ਹੈ, I believe in forgive and forget, but then there are certain people you can forgive and forget, but then I don't want to be with them. Forgive, forget, but I don't want to be with them. But otherwise majority people is okay, fine. And talking about कि मैं क्यों सामने नहीं आया, reason being I tell you one thing, because ਜਦੋਂ ਮੇਰਾ peak time ਸੀਗਾ, I was doing amazing when my show Campus Punjabi was doing amazing. Campus Punjabi was for Zee ETC Punjabi. ਮੈਂ ਉਹ show host ਕੀਤਾ, and ਉਹ ਕਰਦੇ ਮੈਂ ਇੱਥੇ ਆਇਆ। ਮੇਰੇ ਆਉਣ ਤੋਂ ਬਾਅਦ ਮੇਰੇ ਰਿਕਾਰਡਡ ਐਪੀਸੋਡ ਇੱਥੇ ਚੱਲ ਰਹੇ ਸੀਗੇ। I was getting love, the real love from people, from the youth of Punjab, ਹਰਿਆਣਾ, ਹਿਮਾਚਲ। ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਮੇਰਾ ਸਿਰਫ ਪ੍ਰੋਗਰਾਮ ਚੈਨਲ ਤੇ ਆਉਂਦਾ ਸੀਗਾ, ਤੇ ਮੈਂ ਲਾਈਵ ਲੋਕਾਂ ਦੇ ਵਿੱਚ ਜਾ ਕੇ, ਮੈਂ ਕਾਲਜ 'ਚ ਜਾ ਕੇ, ਸਾਰੀ ਕਾਲਜ ਦੀ ਮੰਡੀਰ ਦੇ ਵਿੱਚ ਮੈਂ ਬਾਅਦ 'ਚ ਸ਼ੋ ਆਇਆ ਸੀਗਾ। MH1 'ਚ ਕੰਟੀਨੀ ਮੰਡੀਰ ਬੜਾ ਪਪੂਲਰ ਹੈ, ਕਿਉਂ? ਉਸ ਵੇਲੇ ਸੋਸ਼ਲ ਮੀਡੀਆ ਕਾਫੀ ਹਿੱਟ ਹੋ ਗਿਆ ਸੀਗਾ। ਫੇਸਬੁੱਕ, ਇੰਸਟਾਗ੍ਰਾਮ, ਪਪੂਲਰਾਈਜ਼ ਹੋ ਗਿਆ, ਟਿਕਟੌਕ ਆ ਗਿਆ, ਐਂਡ ਦੈਟਸ ਵਾਈ ਆਲ ਦੋਜ਼ ਪ੍ਰੋਗਰਾਮਸ ਗॉट ਲੋਟ ਆਫ ਪਪੂਲੈਰਿਟੀ। ਬਟ ਮੇਰੇ ਵਾਲੇ ਨੂੰ ਮਿਲ ਨਹੀਂ ਪਾਈ, ਬਟ ਮੈਨੂੰ ਬਹੁਤ ਟਰੂ ਪਪੂਲੈਰਿਟੀ ਮਿਲੀ, ਬਹੁਤ ਟਰੂ ਆਡੀਅנס, ਟਰੂ ਲਵ ਮਿਲਿਆ। ਮੈਂ ਜਿੱਥੇ ਪੰਜਾਬ ਜਾਂਦਾ ਸੀਗਾ, ਮੈਨੂੰ ਲੋਕੀ ਮਿਲਦੇ ਸੀ, ਪਿਆਰ ਕਰਦੇ ਸੀਗੇ ਮੈਨੂੰ। ਲੋਕਾਂ ਨੇ ਉਸ ਟਾਈਮ ਫੇਸਬੁੱਕ ਹਲਕਾ ਸ਼ੁਰੂ ਹੋਇਆ ਸੀਗਾ, ਸੋ ਕਿ ਮੈਨੂੰ ਮੈਂ ਥੋੜਾ ਬਹੁਤ ਪਾਉਂਦਾ ਸੀਗਾ ਆਪਣਾ, ਜਾਂ YouTube ਤੇ ਲੋਕ ਦੇਖ ਲੈਂਦੇ ਸੀ ਕਿੱਥੋਂ ਜਾ ਕੇ ਨਾ, ਜਾਂ ਚੈਨਲ ਆਉਂਦਾ ਸੀਗਾ, ਚੈਨਲ ਤੇ ਦੇਖ ਲੈਂਦੇ ਸੀਗੇ। ਸੋ ਕਿਸੇ ਨੇ ਮੈਨੂੰ ਮੈਸੇਜ ਕਰਨਾ ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਇੰਗਲੈਂਡ ਤੋਂ ਭਾਈ ਤੁਹਾਡਾ ਸ਼ੋਅ ਦੇਖਿਆ ਤੇ ਸਾਡੇ ਕਾਲਜ ਗਏ ਸੀਗੇ, ਸਾਡੀ ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ। I did that. Campus Punjabi was my blockbuster, amazing show. I loved it. And then ਉਹ ਕਰਦੇ ਮੈਂ ਇੱਥੇ ਆਇਆ, ਬਹੁਤ ਪਪੂਲੈਰਿਟੀ ਸੀਗੀ। But we have to understand Canada is a place ਜਿੱਥੇ ਕਿ ਆ ਕੇ ਇੰਨਾ ਸਾਡਾ ਸਾਊਥ ਏਸ਼ੀਅਨ ਆਰਟਿਸਟ ਲਈ ਕੰਮ ਨਹੀਂ ਹੈਗਾ। Either we are born and raised here, or at least we are raised here so that we have that ਜਿਹੜਾ accent ਜਿਹੜਾ ਹੁੰਦਾ ਇੱਥੇ ਚਾਹੀਦਾ, ਇੱਥੇ ਦੀ ਮੇਨਸਟ੍ਰੀਮ ਮੀਡੀਆ 'ਚ ਕੰਮ ਕਰਨ ਲਈ। I don't have that, and I don't have much interest in learning that much, ਕਿਉਂਕਿ ਮੈਨੂੰ ਹੈਗਾ ਕਿ ਮੈਂ ਜੋ ਹਿੰਦੀ ਪੰਜਾਬੀ ਦੇ ਬੋਲ ਕੇ ਜੋ ਮੈਂ ਆਪ ਦਾ ਇਮੋਸ਼ਨਸ ਮੈਂ ਆਪਣੇ ਕੱਢ ਸਕਦਾ ਹੈਗਾ, ਉਹ ਮੈਂ ਅੰਗਰੇਜ਼ੀ 'ਚ ਬੋਲ ਲਾਂਗੇ, ਹੋਣਾ ਨਹੀਂ ਵੀਰੇ, ਨਿਕਲਣਾ ਨਹੀਂ ਬਾਹਰ, ਸੋ ਹੋਣਾ ਨਹੀਂ ਹੈਗਾ, right? So ਇੱਥੇ ਆ ਕੇ ਵੀ I did some few shows for Zee Punjabi, like Zee Canada, Zee TV Canada. I did a show Happy Zee Family. ਉਹਦੇ ਵਿੱਚ ਮੈਂ ਇੱਥੇ ਬਹੁਤ ਸਾਰੇ ਲੋਕਾਂ ਦੀ ਫੈਮਿਲੀਜ਼, ਮਲਟੀ ਫੈਮਿਲੀਜ਼ ਦੇ ਨਾਲ ਮੈਂ ਪ੍ਰੋਗਰਾਮ ਕੀਤਾ। My videographer friend, my partner in crime, Sham Sharma, he was there with me. And then Zee TV Canada ਦੇ Mr. Amit Khanna, ਜੋ ਕਿ ਮੈਨੂੰ ਇੰਡੀਆ ਤੋਂ ਜਾਣਦੇ ਸੀਗੇ, ਮੈਂ ਨਹੀਂ ਜਾਣਦਾ ਸੀ ਕਿਉਂਕਿ ਮੇਰਾ ਪ੍ਰੋਗਰਾਮ Zee ETC ਪੰਜਾਬੀ ਲਈ ਸੀਗਾ। ਸੋ he knew me ਕਿ ਇਹ ਮੁੰਡਾ ਕਰ ਰਿਹਾ ਹੈਗਾ, ਉਹਨਾਂ ਦੇ ਅੰਡਰ ਸੀਗਾ, ਬਟ ਮੈਨੂੰ ਨਹੀਂ ਪਤਾ ਸੀ ਕਿ ਸੁਪਰ ਹੈਡ ਕੌਣ ਨੇ। ਮੈਂ ਤਾਂ ਜਿਹੜੇ ਫਲੋਰ ਤੇ ਕੰਮ ਕਰਨ ਉਹਦੇ ਨਾਲ ਮੇਰੀ ਜਾਣ ਪਛਾਣ ਸੀਗੀ, ਰਾਈਟ? ਤੇ ਇੱਥੇ ਆ ਕੇ ਪਤਾ ਲੱਗਿਆ ਕਿ he was the one who was there, and then he said, you know what, let's do something here, and we did Happy Zee Family. And ਬਹੁਤ ਪਿਆਰਾ ਸ਼ੋਅ ਰਿਹਾ, ਇੱਥੇ ਵੀ ਬਹੁਤ ਵਧੀਆ ਰਿਹਾ, ਬਹੁਤ ਨਾਮ ਹੋਇਆ ਉਹਦੇ ਨਾਲ। ਸਾਰਾ ਕੁਝ ਕਰ ਦੇਗਾ। What about the personal life? Did you make any girlfriends? The ਕੁੜੀਆਂ ਦੇ ਵੀ ਬਹੁਤ ਪ੍ਰਪੋਜ਼ਲ ਆਉਂਦੇ ਹੋਣੇ ਨੇ, like ਕਿੱਦਾਂ ਦਾ ਗੌਰਵ ਸੀਗਾ? ਗੌਰਵ was ਕ੍ਰਿਸ਼ਨ ਕਨਈਆ, ਗੌਰਵ was like innocent? ਮੈਂ innocent ਨਹੀਂ ਸੀਗਾ, but I had human limits, yaar. I was never innocent. I've enjoyed my life, ਬਹੁਤ ਵਧੀਆ ਮੇਰਾ ਸਿਸਟਮ ਰਿਹਾ ਹੈ, ਐਨ ਵਧੀਆ ਪਿਆਰ ਮੁਹੱਬਤ ਮਿਲਦਾ ਰਿਹਾ ਮੈਨੂੰ ਬਹੁਤ ਚੰਗੇ ਤਰੀਕੇ ਨਾਲ। ਲੇਕਿਨ ਕਿੰਤੂ ਪਰੰਤੂ when it comes to work, I'm extremely serious. ਕੰਮ ਤੇ ਨਹੀਂ, ਕੰਮ ਤੇ ਬਾਈ ਜੀ ਕੰਮ ਕਰਨਾ ਹੈਗਾ, ਪਰਸਨਲ ਲਾਈਫ ਹੈਗੀ ਹੈ। work should not be destroyed at all. So ਮੇਰਾ ਰੈਕਡ ਹੈ ਬਹੁਤ ਕਲੀਨ ਇਸ ਮਾਮਲੇ 'ਚ, ਕੰਮ ਦੇ ਮਾਮਲੇ 'ਚ। ਮਤਲਬ ਘਰੇ ਕੋਈ ਕਦੇ ਇਦਾਂ ਦਾ ਹੋਇਆ ਵੀ ਸ਼ੂਟ ਤੇ ਕਿਸੇ ਕੁੜੀ ਦੇ ਨਾਲ ਸੈੱਟ ਤੇ ਵਾਈਫ ਨੇ ਅੰਦਰ ਡੰਡਾ ਚੱਕ ਲੈ ਕੇ, ਲਾਈਕ ਵਾਈਫ ਤਾਂ ਹੁਣੇ ਆਈ ਹੈ, ਮੈਂ ਤਾਂ ਕੰਮ ਕਿਹਨੇ ਚਿਰ ਤੱਕ ਕਰ ਰਿਹਾ ਹੈਗਾ। ਨਾਲੇ ਦੇਖੋ ਉਹਨੂੰ ਮੈਂ ਦੱਸਦਾ ਹੁਣ ਜਿਵੇਂ ਇਦਾਂ ਹੁੰਦਾ ਹੈ ਜਿੱਦਾਂ ਹੁਣ ਵਾਈਫ no I told her very clearly, see the thing is this, I am into this industry and I will be talking to people very openly, open-mindedly. But I'm yours, darling. I'm all yours. Kare I'm all yours. बाहर मैंने बताया, I'm just joking, मुझको रहना जी माफ करना, गलती मारे से हो गई। फेवरेट बॉलीवुड ਕਿਹੜਾ ਤੁਹਾਡਾ ਮਤਲਬ ਰਿਹਾ ਕਿ ਵੀ ਮੈਂ I love this guy?
ਪੁਰਾਣਾ ਨਵਾਂ ਕੋਈ Yeah, ਵੀ। and honestly telling you, see, you will agree to my logic behind saying this, that I love everybody. Reason being, you will agree to my logic. We know how hard it is to reach there. Yes. How hard it is to reach there on the big parda. ਉਸ ਵੱਡੇ ਪਰਦੇ ਤੇ ਜਾਣਾ ਕਿੰਨਾ ਔਖਾ ਹੈ, ਛੋਟੇ ਪਰਦੇ ਤੇ ਜਾਣਾ ਕਿੰਨਾ ਔਖਾ ਹੈਗਾ। ਲੋਕਾਂ ਦੀ ਉਮਰਾਂ ਲੰਘ ਜਾਂਦੀਆਂ, ਲੋਕੀ ਉੱਥੇ ਪਹੁੰਚ ਨਹੀਂ ਪਾਉਂਦੇ। ਤੇ ਮੈਂ ਕਿਵੇਂ ਕਹਦਾ ਯਾਰ ਆ ਨਹੀਂ ਮੜਾ ਚੰਗਾ, ਬਟ ਫਿਰ ਵੀ ਥੋੜਾ ਜਿਹਾ ਜੇ ਕਰਨਾ ਹੋਵੇ। ਹਾਂ, ਜਿਹਦੇ ਇੱਕ ਹੁੰਦਾ ਵੀ ਇੱਕ ਲੁੱਕ ਅੱਖਾਂ ਨੂੰ, ਜਾਂ ਮੈਂ ਯਾਰ ਇਹਦਾ ਸਟਾਈਲ ਮੈਨੂੰ ਬਹੁਤ, ਆਈ ਲਾਈਕ ਦਿਸ ਗਾਈ, if I have to look, ਫੇਵਰਿਟ ਹੀਰੋ ਜਿਵੇਂ ਕਹਿ so ਸਕਦੇ। look back ਜੇ ਮੈਂ ਕਰਦਾ, definitely ਅਮਿਤਾਭ ਬੱਚਨ ਸਾਹਿਬ and ਧਰਮਜੀਤ all and me and my mom, we cried same here when we lost him. and ਮੈਨੂੰ ਮੇਰੇ ਕੁਝ ਜਾਣਕਾਰ ਨੇ ਉਹ ਕਹਿੰਦੇ, ਬਿਕੋਜ਼ ਮੈਂ ਮਿਮਿਕ ਕਰਦਾ ਸੀ, I'm not a mimicry artist, but ਵੈਸੀ ਮਸਤੀ ਦੇ ਤੌਰ ਤੇ ਸ਼ੋਜ਼ ਕਰਦੇ ਸਮੇਂ ਨਾ, ਪ੍ਰੀਤ ਕਿੱਥੇ ਚੱਲਣੀ ਆ ਪ੍ਰੀਤ, I mean ਥੋੜਾ ਜਿਹਾ ਉਹ ਬਸਿਆ ਹੋਇਆ ਨਾ ਅੰਦਰ ਉਹਨੂੰ ਦੇਖ ਦੇਖ ਕੇ। ਸੋ ਉਹ ਰਹੇ ਨੇ ਡੈਫੀਨਿਟਲੀ। ਜੇ ਨਵਿਆਂ ਦੀ ਗੱਲ ਕਰਾਂ, ਆਫਟਰ ਦੈਟ ਅਕਸ਼ੇ ਕੁਮਾਰ ਹੈਜ਼ ਬੀਨ ਮਾਈ ਫੇਵਰਿਟ। I do love Salman Khan, ਭਾਵੇਂ ਜੋ ਮੇਰੀ controversy ਕਰੋ, but as an actor, as a cinema person, as that character, I love Salman Khan, Akshay Kumar, Shah Rukh has been amazing, Shahid has been such a great inspiration. Look at him, kinna kamal, ਭਾਵੇਂ Pankaj Kapoor saab, is there, but he has his own struggle. Yes, ਆਪਾਂ ਆਪਣੀ struggle ਦੀ ਕਰ ਰਹੇ, ਉਹਨਾਂ ਦੀ ਆਪਣੀ struggle ਹੈ। ਜਿਨ੍ਹਾਂ ਦੇ ਘਰ ਦੇ ਇੰਡਸਟਰੀ 'ਚ ਹੈਗੇ ਨੇ, ਉਹਨਾਂ ਨੂੰ ਐ ਨਹੀਂ struggle ਨਹੀਂ ਕਰਨੀ ਪੈਂਦੀ, ਬਹੁਤ struggle ਕਰਨੀ ਪੈਂਦੀ ਆ। What about the female? Hot. ਹਾਏ ਮੈਂ ਕਿਵੇਂ ਕਿਸੇ ਨੂੰ ਮਨਾ ਕਰਾਂ, ਮੈਂ ਕਿਵੇਂ ਕਿਸੇ ਦਾ ਦਿਲ ਕਿਤਨਾ ਤੋੜਾਂ। ਸਾਹਮਣੇ ਬੈਠੀ ਆ ਪੰਜਾਬੀ Pretty ji, see, definitely, Pretty, look at yourself, yaar. You came just recently, few years ago, fully in the industry, and imagine tu kinna kuch kar lehega aap. Yes. Just few years ago, you entered the industry, and imagine you were, and also that too while living in Canada, ਜਿੱਥੇ ਸਾਡਾ ਸਾਊਥ ਏਸ਼ੀਅਨ ਦੇ ਲਈ ਕੰਮ ਬਹੁਤ ਘੱਟ ਹੈਗਾ ਜੀ। ਸਾਡਾ ਮੇਨ ਕੰਮ ਇੰਡੀਆ ਹੈਗਾ, ਇੱਥੇ ਨਹੀਂ ਹੈਗਾ। ਇਸੇ ਕਰਕੇ ਸਾਡੇ ਸਿੰਗਰਸ ਜਿਹੜੇ ਨੇ ਉਹ ਇੰਡੀਆ ਜਾਂਦੇ ਨੇ, ਰਹਿੰਦੇ ਨੇ, ਕਿਉਂਕਿ ਇੱਥੇ ਕੰਮ ਹੀ ਨਹੀਂ ਹੈਗਾ ਵਾਲਾ। ਤੇ ਜਿਹੜਾ ਥੋੜਾ ਬਹੁਤ ਹੁੰਦਾ ਵੀ ਹੈਗਾ, ਉਹ ਵੀ ਸਿਫਾਰਸ਼ੀ ਬੰਦੇ ਵੀ ਲੈ ਜਾਂਦੇ ਆ। What to do? What I'm doing it, I'm really happy. ਮੈਨੂੰ ਬਹੁਤ ਪਿਆਰ ਤੇ ਸਪੋਰਟ ਮਿਲਦਾ ਹੈ। ਮੈਂ ਆਪਣੇ ਮੈਂ ਕੋਈ ਉਹ ਨਹੀਂ ਹੈਗਾ ਵੀ ਮੈਨੂੰ that I want to be like big Bollywood star, ਪਰ ਉਹ ਡੈਸਟਨੀ ਤੇ ਆ ਵੀ ਜਿੱਥੇ ਮੈਂ ਤੁਰੀ ਹੋਈ ਹਾਂ। ਮੇਰਾ ਕੋਈ ਗੋਲ ਨਹੀਂ, ਬਿਕਾਜ਼ ਗੋਲ ਤਾਂ ਉਹ ਹੁੰਦਾ ਹੈ ਕਿ we are just ਕਲਾਕਾਰ, ਆਪਾਂ ਕੰਮ ਕਰ ਰਹੇ ਹਾਂ ਤੇ ਇਹ ਵੀ ਕਿਤੇ ਪਹੁੰਚਣਾ, ਬਿਕਾਜ਼ ਸਿੱਖਦੇ ਰਹਿਣਾ, ਕਰਦੇ ਰਹਿਣਾ, ਜਾਈ ਜਾਣਾ, ਕਿਉਂਕਿ ਇਹ ਵੀ ਨਹੀਂ ਨਾ ਪਤਾ ਗੋਲ ਸੈੱਟ ਕਰ ਲਓ, ਗੋਲ ਤੇ ਪਹੁੰਚਣ ਲਈ ਕੱਲ ਨੂੰ ਸਾਹ ਲੈਣਾ ਕਿ ਨਹੀਂ ਲੈਣਾ। ਗੋਲ ਇਹ ਹੈ ਕਿ we want to ਆਪਾਂ ਕੁਝ ਵਧੀਆ ਕਰਕੇ ਜਾਣਾ, ਦੁਨੀਆ ਕੁਝ ਕਰਕੇ ਜਾਣਾ, ਕਿ ਦੋ ਲੋਕੀ ਯਾਦ ਇੱਕ ਇਮੇਜ, ਇੱਕ ਪਹਿਚਾਨ, ਭਾਵੇਂ ਹੀਰੋ ਹੀਰੋਇਨ ਬਣ ਜਾਈਏ, ਗੁੱਡ ਹਿਊਮਨ ਬੀਇੰਗ ਪਹਿਲਾਂ 100%। ਉਸ ਤੋਂ ਬਿਨਾਂ ਤਾਂ ਇਹ ਜ਼ਿੰਦਗੀ ਬੇਕਾਰ ਹੈ। If you're not a good human being, ਤੁਸੀਂ ਕਿਸੇ ਨੂੰ ਸਮਝ ਨਹੀਂ ਸਕਦੇ, ਫੀਲ ਨਹੀਂ ਕਰ ਸਕਦੇ। ਜੇ ਤੁਸੀਂ ਕਿਸੇ ਦੇ ਨਾਲ ਧੋਖਾ ਕਰ ਰਹੇ ਹੋ, ਚੋਰੀ ਚਕਾਰੀ ਕਰ ਰਹੇ ਹੋ, ਤੁਸੀਂ ਕਿਸੇ ਨਾਲ ਫਰਾਡ ਕਰ ਰਹੇ ਹੋ, ਡਨ ਡੀਲ, ਖਤਮ, ਕੋਈ ਫਾਇਦਾ ਨਹੀਂ ਹੈਗਾ। You're not a person. I don't want to deal with these kind of people. You know what? So whether you feel so positive, ਜਿਵੇਂ ਹੁਣ ਤੁਹਾਡੇ ਨਾਲ ਗੱਲਾਂ ਕੀਤੀਆਂ, ਕਿੰਨਾ ਪੋਜ਼ਿਟਿਵਿਟੀ, ਸਟਿਲ ਸਟਰਗਲ ਆ ਬਿਹਾਈਂਡ, ਪਿੱਛੇ ਵੀ ਗਏ, ਕਿਤੇ ਵੀ ਸੈਡਨੈਸ ਨਹੀਂ ਤੁਹਾਡੇ ਚਿਹਰੇ ਤੇ, ਤੁਸੀਂ ਸਟਿਲ ਲਾਈਕ ਯੂ ਆਰ ਹੈਪੀ। ਆਂਦੀ ਹੈ, ਜੇ ਇਕੱਲੇ ਹੁੰਦੇ ਆਂਦੀ ਹੈ। ਹਾਂ, ਡੈਫੀਨਿਟਲੀ ਉਹ ਆਂਦੀ ਹੈ, ਡਰਾਈਵ ਕਰ ਰਹੇ ਹੁੰਦੇ ਆ, ਆਂਦੀ ਹੈ, ਦਿਲ ਵੀ ਰੋਂਦਾ ਹੈ, ਉਹ ਦਿਲ ਰੋਂਦੀਆਂ ਨੇ। ਮੈਨੂੰ ਪਤਾ ਹੈ ਚੀਜ਼ ਨੂੰ, ਮੈਂ ਫੀਲ ਕਰਦੀ ਹਾਂ, ਮੈਂ ਇਹ ਚੀਜ਼ ਚੋਂ ਨਿਕਲ ਰਹੀ ਹਾਂ। ਕਈ ਵਾਰੀ ਗੱਡੀ ਸਾਈਡ ਤੇ ਲਾ ਕੇ ਜਿਹੜੀ ਉਹ ਐਕਸਟ੍ਰੀਮਲੀ ਚੀਕਾ ਮਾਰ ਕੇ ਰੋਣਾ ਹੁੰਦਾ ਕੱਲਿਆਂ ਦੇ ਵਿੱਚ। ਮੈਂ ਵੀ ਕੀਤਾ ਬਹੁਤ, ਆਈ ਨੋ। ਐਂਡ ਸਪੈਸ਼ਲੀ ਜੋ ਆਪਾਂ ਆਡ ਜੌਬਸ ਕਰਦੇ ਯਾਰ, ਸਰਵਾਈਵਲ ਦੇ ਲਈ। ਵੀ ਆਰ ਲਿਵਿੰਗ ਇਨ ਕੈਨੇਡਾ। ਲੋਕਾਂ ਨੂੰ ਲੱਗਦਾ ਕਿ ਭਾਈ ਸਾਹਿਬ ਕੈਨੇਡਾ ਰਹਿ ਰਹੇ, ਬੜੀ ਕਮਾਲ ਦੀ ਲਾਈਫ ਹੈਗੀ। ਨਹੀਂ, ਸਾਡੀ ਸਿਰਫ ਸੋਸ਼ਲ ਮੀਡੀਆ ਕਮਾਲ ਦੀ, ਉਹ ਵੀ ਮੈਂ ਹੁਣੇ ਕੀਤੀ ਹੈ, ਪਹਿਲਾਂ ਤਾਂ ਮੈਂ ਉਹ ਵੀ ਨਹੀਂ ਕੀਤੀ ਸੀਗੀ। ਤੁਹਾਡਾ ਵੀ ਸਵਾਲ ਸੀ ਨਾ ਕਿ ਕਿਉਂ ਨਹੀਂ ਕੀਤਾ, ਕਿਉਂਕਿ ਮੈਂ ਇਹੀ ਸੋਚਦਾ ਰਿਹਾ ਕਿ ਮੈਂ ਤਾਂ ਬਹੁਤ ਵਧੀਆ ਮੇਨ ਸਟ੍ਰੀਮ ਕੰਮ ਕਰਕੇ ਆ ਰਿਹਾ, ਮੈਨੂੰ ਸੋਸ਼ਲ ਮੀਡੀਆ ਦੀ ਕੀ ਲੋੜ ਹੈਗੀ ਹੈ। ਯੈਸ, ਬਟ ਦੈਨ ਯੂ ਨੋ ਵਾਟ, ਲੋੜ ਸੀਗੀ, ਮੈਂ ਕੀਤੀ ਨਹੀਂ, ਬਟ ਹੁਣ ਮੈਂ ਕਰ ਰਿਹਾ। ਪਰ ਇੱਕ ਚੀਜ਼ ਮੈਂ ਵੀ ਲਰਨ ਕੀਤੀ ਹੈ ਗੌਰਵ, ਵੈਨ ਆਈ ਵੈਂਟ ਟੂ ਦ ਇੰਡੀਆ, ਮੈਂ ਹੁਣ ਇੱਥੇ ਬਹੁਤ ਵਧੀਆ ਕੰਮ ਕੀਤਾ, ਬਹੁਤ ਹਾਈ ਲੈਵਲ ਦਾ ਵੀ ਕੰਮ ਕੀਤਾ, ਸ਼ੋਜ਼ ਵੀ ਕੀਤੇ, ਸਾਰਾ ਕੁਛ ਕੀਤਾ। ਪਰ ਜਦੋਂ ਪੰਜਾਬ ਗਈ, ਉੱਥੇ ਜਾ ਕੇ ਕੰਮ ਦੀ ਗੱਲ ਹੋਈ, ਮੇਰਾ ਸਭ ਤੋਂ ਪਹਿਲਾਂ ਮੈਨੂੰ ਨਹੀਂ ਦੇਖਿਆ ਗਿਆ,
ਮੇਰੀ ਐਕਟਿੰਗ ਨਹੀਂ ਦੇਖੇਗੀ, ਮੇਰੇ ਗਾਣੇ ਨਹੀਂ ਦੇਖੇਗੀ, ਸੋਸ਼ਲ ਮੀਡੀਆ ਇਹਦੇ ਫਾਲੋਅਰਸ ਓਏ ਹੋਏ ਹੋਏ ਕਿਤਾ ਬੇੜਾ ਗਰਕ ਕੀਤਾ ਫਾਲੋਅਰਸ਼ਿਪ ਨੇ। ਫਾਲੋਅਰਸ ਨਹੀਂ ਹੈਗੇ ਮੇਰੇ, ਉਹ ਕਹਿੰਦੇ ਵੀ ਉਹਦਾ ਪੇਜ ਭੇਜ ਦਿਓ ਤੇ ਕਿੰਨੇ ਫਾਲੋਅਰ ਆ, ਮੈਨੂੰ ਨਹੀਂ ਦੇਖਣਾ। ਐਮ ਆਈ ਡੂਇੰਗ ਗੁੱਡ, ਐਮ ਆਈ ਲੁੱਕ ਗੁੱਡ, ਮੈਨੂੰ ਕੰਮ ਆਉਂਦਾ ਉਹ ਨਹੀਂ ਦੇਖਣਾ ਹੈਗਾ, ਉਹਨੂੰ ਛੱਡੋ ਤੁਸੀਂ ਉਹਦੇ ਪੇਜ ਦਾ ਉਹਦਾ ਦੱਸੋ ਵੀ। ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਹੋਸਟ ਨੇ ਆਪਣੇ, ਬੜੇ ਪਪੂਲਰ ਨੇ ਇੰਡੀਆ ਦੇ ਵਿੱਚ। ਮੈਂ ਮੇਰੇ ਕਿਸੇ ਨੋਨ ਸੀਗੇ, ਕਹਿੰਦੇ ਕਿਉਂਕਿ ਮੇਰੀ ਪਰਸਨਲ ਲਾਈਫ ਥੋੜੀ ਕੰਟਰੋਵਰਸੀ ਸੀਗੀ, ਤਾਂ ਉਹ ਗੱਲ ਮੈਂ ਬੈਠ ਕੇ ਕਰਨਾ ਚਾਹੁੰਦੀ ਸੀ ਆਡੀਅנס ਦੇ ਨਾਲ, ਤਾਂ ਉੱਥੇ ਸਾਹਮਣੇ ਕਹਿੰਦੇ ਵੀ ਉਹਦੇ ਸ਼ੋਅ ਤੇ ਜਾ ਕੇ ਬੈਠ ਕੇ ਕਰ ਲੈਂਦੇ ਆ। ਉਹ ਕਹਿੰਦੇ ਵੀ ਨਹੀਂ, ਮੈਂ ਆਪਣੀ ਪੇਨ ਵੀ ਗੱਲ ਕਰਨੀ ਸੀਗੀ, ਮੈਂ ਉਹ ਗੱਲ ਕਰਨੀ ਸੀ ਜਿਹੜੀ ਕਿ ਉਹ ਇਦਾਂ ਦੇ ਪਰਸਨ ਹੈ ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਕਹਿੰਦੇ ਨੇ ਕਿ ਮੈਂ ਲੋਕਾਂ ਦੀ ਮਦਦ ਕਰਦਾ, ਦੁੱਖ 'ਚ ਇਹ ਉਹ ਹਨਾ। ਸੋ ਉਹ ਪਰਸਨ ਨੇ ਇਹ ਕਹਤਾ ਮੈਨੂੰ ਬੈਠ ਕੇ ਐਜ਼ ਏ ਗੈਸਟ ਲੈਣ ਲਈ ਵੀ, ਬਿਕਾਜ਼ ਬੀਇੰਗ ਐਜ਼ ਏ ਸੈਲੀਬ੍ਰਿਟੀਜ਼ ਵਾਈਫ, ਮੇਰੇ ਹਸਬੈਂਡ ਦਾ ਨਾਂ ਵੀ ਸੀ ਵੱਡਾ ਨਾ, ਉਹਦੀ ਵਾਈਫ ਬੈਠ ਕੇ ਗੱਲ ਕਰਨੀ ਸੀ। ਦਿਸ ਹੈਪਨ ਟੂ ਮੀ ਐਂਡ ਆਈ ਆਲਸੋ ਬਿਲੋਂਗ ਟੂ ਇੰਡਸਟਰੀ, ਸੇਮ ਟਾਈਮ ਐਨਆਰ ਗਰਲ, ਉਹਨੂੰ ਬੈਠ ਕੇ ਗੱਲ ਕਰਨ ਨਹੀਂ ਦਿੱਤੀ ਹੈਗੀ ਗਈ ਕਿਉਂਕਿ ਮੇਰੇ ਪੇਜ ਨਾਲ ਮੈਚ ਨਹੀਂ ਹੁੰਦਾ, ਇਹਦਾ ਸੋਸ਼ਲ ਮੀਡੀਆ ਕਾਫੀ ਲੋ ਆ। ਮਤਲਬ ਜੇ ਤੁਸੀਂ ਆਪਣੀ ਪੇਨ ਵੀ ਗੱਲ ਕਰਨੀ ਹੈ, ਜੇ ਆਪਣਾ ਦੁੱਖ ਵੀ ਦੱਸਣਾ, ਤਾਂ ਵੀ ਤੁਹਾਡਾ ਸੋਸ਼ਲ ਮੀਡੀਆ ਉੱਪਰ ਹੋਣਾ ਚਾਹੀਦਾ ਆ। ਪ੍ਰੈਟੀ ਸੋਸ਼ਲ ਮੀਡੀਆ ਦੱਸੋ ਜਨਤਾ ਨੂੰ ਕੀ ਆਪਣਾ, ਆਪਾਂ ਹੁਣੇ ਫੋਲੋ ਲੈਂਦੇ ਆ। ਮੈਂ ਵੀ ਦੱਸਦੀ ਹਾਂ, ਪ੍ਰੀਟੀ ਢਿੱਲੋਂ 28 ਮੇਰੇ ਸ਼ੋਅ ਨੂੰ ਤਾਂ ਸਾਰੇ ਫੋਲੋ ਕਰਦੇ ਆ। ਪ੍ਰੀਟੀ ਢਿੱਲੋਂ 28 ਇੰਸਟਾਗ੍ਰਾਮ ਹੈਗਾ ਆ, ਪ੍ਰੀਟੀ ਢਿੱਲੋਂ 28 ਟਿਕਟੌਕ, ਐਂਡ ਦੋ ਪਲ ਵਿਦ ਪ੍ਰੀਟੀ ਔਨ ਇੰਸਟਾਗ੍ਰਾਮ ਆਲਸੋ, ਦੋ ਪਲ ਵਿਦ ਪ੍ਰੀਟੀ ਮੇਰਾ ਆਪਣਾ ਪੇਜ ਹੈਗਾ ਇੰਸਟਾਗ੍ਰਾਮ ਦਾ, ਐਂਡ ਆਫ ਕੋਰਸ YouTube ਚੈਨਲ ਪ੍ਰੀਟੀ ਢਿੱਲੋਂ 28। ਸੋ ਗੌਰਵ ਹੁਣ ਤੁਸੀਂ ਆਪਣਾ ਬੋਲੋ। ਗੌਰਵ ਸ਼ਾਹ ਰੌਕੀ, ਐਂਡ ਰੌਕੀ ਦੇ ਵਿੱਚ ਜਿਹੜਾ ਕੇ ਹੈ ਉਹ ਡਬਲ ਹੈ, ROCKKY, ਗੌਰਵ ਸ਼ਾਹ ਰੌਕੀ। ਵੈਸੇ ਯੂ ਵਿਲ ਪੋਸਟ ਮਾਈ ਲਿੰਕਸ, ਇਹਨਾਂ ਦੇ ਫੋਲੋਅਰਸ ਮੈਨੂੰ ਵੀ ਕਰ ਲਓ। ਵੈਸੇ ਯੂ ਨੋ ਵਾਟ, ਆਈ ਟੈਲ ਯੂ, ਆਈ ਅੰਡਰਸਟੈਂਡ that followingship these days is very important, but you know what, our industry, our people will have to understand the real talent is not in that. ਉਹ ਤਾਂ ਕਿੰਨੇ ਲੋਕ ਸਾਡੇ ਕਿੰਨੇ ਲੈ ਕੇ ਬੈਠੇ ਨੇ, ਪਰ ਜਦੋਂ ਕੈਮਰਾ ਆਨ ਹੁੰਦਾ ਹੈਗਾ ਉਸ ਵੇਲੇ ਕੌਣ ਐਕਟਿੰਗ ਕਰ ਸਕਦਾ, ਨਹੀਂ ਕਰ ਸਕਦਾ। ਟਰੂ, ਡਿਫਰੈਂਟ ਬਾਲ ਗੇਮ ਹੈ ਨਾ। ਯੈਸ, ਉਹ ਸਮਝਣਾ ਪੈਣਾ, ਉਹ ਦੇਖਣਾ ਪੈਣਾ, ਥੋੜਾ ਜਿਹਾ ਬਾਹਰ ਨਿਕਲਣਾ ਪੈਣਾ, ਉਹ ਜਿਹੜਾ ਉਹ ਕੋਕੂਨ ਜਿਹੜਾ ਹੁੰਦਾ ਨਾ ਉਹਦੇ ਚੋਂ ਬਾਹਰ ਨਿਕਲਣਾ ਪੈਣਾ। ਪੰਜਾਬੀ ਇੰਡਸਟਰੀ ਵੀ ਜ਼ਿਆਦਾਤਰ ਜੇ ਕੋਈ ਫਾਲੋਅਰ ਕਿਸੇ ਦਾ ਮਿਲੀਅਨ ਚ ਆ ਰਿਹਾ, ਉਹਨੂੰ ਚੱਕ ਕੇ ਰੋਲ ਦਿੱਤਾ ਜਾਂਦਾ ਹੈ, ਉਹਨੂੰ ਫਿਲਮ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਉਹ ਕੀ ਕਰਦੇ ਆ, ਚੱਕ ਚੁੰਮਾ, ਆ ਚੱਕ ਅੱਖ, ਹਾਂ, ਤੇ ਆ ਫਿਰ ਕੀ ਹੁੰਦਾ ਕੀ ਉਹਦਾ ਦੱਸੋ। ਸੀ ਐਂਡ ਆਈ ਥਿੰਕ ਜਨਤਾ ਜਨਾਰਦਨ ਨੂੰ ਕਰਨਾ ਪੈਣਾ ਹੈਗਾ। ਜਨਤਾ ਜਨਾਰਦਨ ਇਜ਼ ਦ ਰੀਅਲ ਥਿੰਗ, ਦੈਟਸ ਇਟ। ਜਨਤਾ ਨੂੰ ਕੁਝ ਕਦਮ ਚੱਕਣਾ ਪੈਣਾ, ਇਹ ਗੱਲਾਂ ਦੱਸਣੀਆਂ ਪੈਣੀਆਂ ਸਾਡੀ ਪੰਜਾਬੀ ਇੰਡਸਟਰੀ ਦੇ ਮੇਕਰਸ ਨੂੰ। Do you want to see the newcomers and in good quality movies or not? क्या ਤੁਸੀਂ ਚਾਹੁੰਦੇ ਹੋ ਕਿ ਨਵੇਂ ਕਮਰਸ ਨੂੰ, ਨਵੇਂ ਚਿਹਰਿਆਂ ਨੂੰ, ਐਕਟਰਸ ਨੂੰ, ਐਕਟਰ ਨੂੰ, not just singer actors, ਸਿੰਗਰਸ ਨੂੰ ਵੀ ਕੰਮ ਦਿਓ ਯਾਰ, ਉਹ ਤਾਂ ਉਹਨਾਂ ਨੂੰ ਦੇਖ ਕੇ ਆਪਾਂ ਵੱਡੇ ਹੋਏ ਹੈਗੇ, ਮੈਂ ਕਿਵੇਂ ਕਹਿ ਸਕਦਾ ਨਹੀਂ ਦੇਣਾ ਹੈਗਾ, ਬਟ ਉਹਨਾਂ ਦੇ ਨਾਲ ਐਕਟਰ ਜਿਹੜੇ ਨੇ, ਐਕਟਰ ਜਿਹੜੇ ਹੈਗੇ ਨੇ, ਉਹਨਾਂ ਨੂੰ ਫਿਲਮਾਂ ਮਿਲਣੀ ਚਾਹੀਦੀਆਂ, ਨਹੀਂ ਮਿਲਣੀ ਚਾਹੀਦੀਆਂ ਹੈਗੀਆਂ। You have to decide. ਜਨਤਾ ਦੱਸੇ, ਜਨਤਾ ਆਵਾਜ਼ ਚੁੱਕੇ, ਜਨਤਾ ਆਪਣੇ ਸੋਸ਼ਲ ਮੀਡੀਆ ਤੇ ਜਾਵੇ ਤਾਂ ਕਰੇ, ਟੈਗ ਕਰੇ ਫਿਲਮ ਮੇਕਰਸ ਨੂੰ, ਕਮਾਲ ਹੋ ਜਾਏਗਾ। ਮੈਂ ਕਹਿੰਦਾ ਰੈਵੋਲੂਸ਼ਨ ਆ ਜਾਏਗਾ। ਗੌਰਵ, ਅੱਜ ਦੇ ਜਿਹੜੇ ਸ਼ੋਅ 'ਚ ਬੈਠ ਕੇ ਆਪਾਂ ਗੱਲਾਂ ਕੀਤੀਆਂ, ਥੋੜ੍ਹੀ ਬਹੁਤੇ ਨੋਕ ਝੋਕ ਵੀ ਕੀਤੀਆਂ, ਥੋੜ੍ਹੀ ਬਹੁਤੀ ਇੰਡਸਟਰੀ ਨਾਲ ਗੁੱਸੇ ਗਿਲੇ ਵੀ ਕੀਤੇ ਆਪਾਂ ਨੇ, ਬਟ ਓਵਰਆਲ ਜਿਹੜਾ ਆ ਬਹੁਤ ਵਧੀਆ ਟਾਈਮ ਤੁਹਾਡੇ ਨਾਲ ਜਿਹੜਾ ਮਿਲਿਆ ਬੈਠ ਕੇ ਮੈਨੂੰ, ਕਿਉਂਕਿ ਜਦੋਂ ਤੁਸੀਂ ਬਹੁਤ ਪੁਰਾਣੇ ਇੰਡਸਟਰੀ ਦੇ ਵਿੱਚ, ਜਦੋਂ ਤੁਹਾਡਾ ਸਟਰਗਲ ਦੇਖਦਾ, ਫਿਰ ਉਹ ਹੈਪੀਨੈਸ ਦੇਖਦੇ ਆ ਚਿਹਰੇ 'ਤੇ, ਫਿਰ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਕੌਨਫੀਡੈਂਸ ਆਉਂਦਾ ਹੈ ਕਿ ਦੇਖ ਇਹਨਾਂ ਨੇ ਇੰਨੀ ਜਰਨੀ 'ਚ ਇੰਨਾ ਕੁਛ ਕਰਤਾ, ਬੈਠੇ ਆ ਨਾ ਵਿਦ ਖੁਸ਼ੀ ਦੇ ਨਾਲ, ਹੈਪੀਨੈਸ ਦੇ ਨਾਲ। ਸੋ ਫਿਰ ਆਪਣੇ ਆਪ ਨੂੰ ਵੀ ਫਿਰ ਸੋਚੀਦਾ ਕਿ ਪ੍ਰੀਟੀ ਕੋਈ ਚੱਕਰ ਨਹੀਂ, ਵੀ ਵਿਲ ਡੂ ਬੈਸਟ। ਸੋ ਇਹ ਚੀਜ਼ ਨੂੰ ਕਰੀ ਚੱਲੋ। ਸੋ ਤੁਹਾਡਾ ਸ਼ੋਅ ਦੇ ਉੱਤੇ ਆਉਣ ਦਾ, ਮੇਰੇ ਦਾ ਮੈਨੂੰ ਕਾਫੀ ਕੁਝ ਸਿਖਾਉਣ ਦਾ, ਐਂਡ ਬਾਕੀ ਜਿਹੜਾ ਆਪਾਂ ਕੰਮ ਜਿਹੜਾ ਇਕੱਠੇ ਕਰਦੇ ਆ, ਉਹ ਤਾਂ ਆਫਕੋਰਸ ਮੇਰਾ ਹਮੇਸ਼ਾ ਤੁਹਾਡੇ ਨਾਲ ਬੈਸਟ ਰਿਹਾ ਹੈਗਾ। ਹਾਂ, ਸਾਡੀ ਵੈਬ ਸੀਰੀਜ਼ ਦਾ ਪਾਇਲਟ ਬਣ ਕੇ ਪਿਆ ਤਾਂ ਹੋਇਆ ਸਾਈਡ ਤੇ, ਅਜੇ ਵੀ ਪਾਇਲਟ ਪਿਆ, ਉਹਦੇ ਵਿੱਚ ਦੋਨੋਂ ਜਾਣੇ ਸਾਡੇ, ਬੜਾ ਵਧੀਆ ਸਾਡਾ ਰੋਲ ਹੈਗਾ ਦੋਨੋਂ ਜਾਣਿਆਂ ਦਾ। ਸੋ ਏਦਾਂ ਕਾਫੀ ਕੰਮ ਕਰਦੇ ਆ, ਬਟ ਮੇਰੇ ਸ਼ੋਅ ਤੇ ਆ ਕੇ ਤੁਸੀਂ ਆਪਣੇ ਕਈ ਦਿਲ ਦੀਆਂ ਗੱਲਾਂ ਖੋਲੀਆਂ, ਆਪਣੇ 2 ਪਲ ਮੇਰੇ ਨਾਲ ਸਪੈਂਡ ਕੀਤੇ ਜਿਹੜੇ, ਉਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਤਾਂ ਆਡੀਅנס ਨੂੰ ਵੀ ਕਹਿੰਦੀ ਹਾਂ, ਤੁਸੀਂ 2 ਪਲ ਲਈ ਮੇਰੇ ਲਈ ਆਪਣੇ ਪਲ ਕੱਢਦੇ ਹੋ। 2 ਪਲ ਕਰਦੀ ਮੈਂ 2 ਪਲ ਜੋੜ ਕੇ ਪਤਾ ਨਹੀਂ ਕਿੰਨੇ ਪਲ ਕਰ ਦਿੰਦੀ, ਕਿਉਂਕਿ ਨਾ ਮੇਰਾ ਜਾਣ ਦਾ ਦਿਲ ਕਰਦਾ, ਕਿਉਂਕਿ ਜਦੋਂ ਇੱਦਾਂ ਦੇ ਪਿਆਰੇ ਗੈਸਟ ਆਉਂਦੇ ਨੇ, ਆਪਣੀ ਜਰਨੀ ਸ਼ੇਅਰ ਕਰਦੇ ਨੇ, ਸੋ ਦਿਲ ਨਹੀਂ ਕਰਦਾ ਕਿ ਸ਼ੋਅ ਨੂੰ ਬੰਦ ਕੀਤਾ ਜਾਵੇ। ਪਰ ਯੈਸ, ਟਾਈਮ ਦੇਖ ਰਹੇ ਤੁਸੀਂ ਵੀ, ਆਡੀਅנס ਵੀ ਇੱਦਾਂ ਹੁੰਦੀ ਹੈ ਕਿ ਟਾਈਮ
ਸਭ ਦਾ ਕੀਮਤੀ ਹੁੰਦਾ, ਇੱਥੇ ਇੰਨਾ ਟਾਈਮ ਹੁੰਦਾ ਹੀ ਨਹੀਂ ਕਿਸੇ ਕੋਲ ਕਿ ਇੰਨਾ ਲੰਮਾ ਸਮਾਂ ਕਿਸੇ ਨੂੰ ਕੱਢ ਸਕੋ, ਪਰ ਜਿੰਨਾ ਵੀ ਟਾਈਮ ਤੁਸੀਂ ਦਿੰਦੇ ਹੋ ਬਹੁਤ ਪਿਆਰਾ ਹੁੰਦਾ। ਹੁਣ ਜਾਂਦੇ ਜਾਂਦੇ ਮੈਂ ਗੌਰਵ ਨੂੰ ਇਹੀ ਕਹੂੰਗੀ ਕਿ ਕੋਈ ਮੈਸੇਜ ਸਾਡੀ ਆਡੀਅנס ਨੂੰ, ਨਵੇਂ ਆਰਟਿਸਟਾਂ ਨੂੰ ਕੋਈ ਮੈਸੇਜ ਮੇਰੇ ਸ਼ੋਅ ਦੇ ਥਰੂ ਕਹਿਣਾ ਚਾਹੁੰਦੇ ਆ ਤੇ ਯਾਰ ਮੈਂ ਐਜ਼ ਐਨ ਆਰਟਿਸਟ ਤਾਂ ਮੈਨੂੰ ਪਤਾ ਨਹੀਂ ਹੈਗਾ, ਬਿਕੋਜ਼ ਜਦੋਂ ਹੁੰਦਾ ਪਤਾ ਕੀ ਹੈ, ਦੇਖੋ ਜਦੋਂ ਆਪਾਂ ਬਹੁਤ ਵੱਡੇ ਆਰਟਿਸਟ ਬਣਾਂਗੇ ਨਾ ਤਾਂ ਸਾਨੂੰ ਲੋਕਾਂ ਨੇ ਐਜ਼ ਐਨ ਆਰਟਿਸਟ ਸੁਣਨਾ ਹੈਗਾ, ਤਦ ਤੱਕ ਸਿਰਫ ਸਟਰਗਲ ਚੱਲ ਰਹੀ। ਬਟ ਐਜ਼ ਅ ਹਿਊਮਨ ਬੀਇੰਗ ਆਲ ਆਈ ਕੈਨ ਸੇ ਇਜ਼ ਆਪਣੇ ਮਾਂ-ਬਾਪ ਦੀ ਸੇਵਾ ਕਰੋ, ਆਪਣੇ ਘਰਦਿਆਂ ਦੇ ਨਾਲ ਜੁੜੇ ਰਹੋ, ਬਣੇ ਰਹੋ। ਯਾਰਾਂ ਦੋਸਤ ਜਿਹੜੇ ਤੁਹਾਡੇ ਬਹੁਤ ਖਾਸ ਨੇ, ਜਿਹੜੇ ਬਹੁਤ ਪੁਰਾਣੇ ਜੁੜੇ ਹੋਏ ਨੇ, ਜਿਹੜੇ ਤੁਹਾਡੇ ਨਾਲ ਖੜੇ ਰਹੇ ਨੇ ਹਮੇਸ਼ਾ ਤੁਹਾਡੀ ਮੁਸੀਬਤ ਵਾਲੇ ਟਾਈਮ ਦੇ ਵਿੱਚ ਵੀ, ਉਹਨਾਂ ਦੇ ਵੱਲ ਕਦੀ ਪਿੱਠ ਨਹੀਂ ਕਰਨੀ, ਉਹਨਾਂ ਦੇ ਨਾਲ ਖੜੇ ਰਹੋ, ਪਿਆਰ ਕਰੋ, ਸੱਚੇ ਰਹੋ। ਐਂਡ ਦੁਨੀਆ ਵਿੱਚ ਵੀ ਜਦੋਂ ਆਪਾਂ ਬਾਹਰ ਵਿਚਰ ਰਹੇ ਹੁੰਦੇ ਆ, ਬੀ ਅ ਗੁੱਡ ਹਿਊਮਨ ਬੀਇੰਗ। ਕੋਈ ਇਨਸਾਨ ਜੇ ਸੱਚਾ ਮੁਸੀਬਤ ਦੇ ਵਿੱਚ ਹੈਗਾ ਉਹਦੀ ਹੈਲਪ ਕਰੋ, ਮਦਦ ਕਰੋ। ਐਂਡ ਜਿਹੜੇ ਮਾੜੇ ਨੇ ਤੁਹਾਨੂੰ ਮਾੜਾ ਬੰਦੀ ਲੋੜ ਨਹੀਂ ਹੈਗੀ, ਜਸਟ ਗੈਟ ਅ ਸਾਈਡ ਯਾਰ, get some peace in life, ਨਹੀਂ ਤਾਂ ਚੱਲੀ ਜਾਣਾ ਹੈਗਾ। just be a good human being, stay happy, god bless। ਥੈਂਕ ਯੂ ਤੁਹਾਡਾ, ਤੇ ਥੈਂਕ ਯੂ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।